ਸਾਰਿਆਂ ਦਾ ਮਸੀਹ ਯੀਸ਼ੂ ਦੀ ਪਵਿੱਤਰ ਹਜ਼ੂਰੀ ਸਵਾਗਤ ਕਰਦੇ ਹਾਂ। ਸਾਰਿਆਂ ਨੂੰ ਜੀ ਆਇਆਂ ਦੀ ਕਹਿੰਦੇ ਥੈਂਕ ਯੂ ਫਾਦਰ ਪ੍ਰਭੂ ਯੀਸ਼ੂ ਮਸੀਹ ਨਾਸਰੀ ਦੇ ਨਾਮ ਨਾਲ। ਹੈ ਮੇਰੇ ਪਿਤਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੇ ਨਾਮ ਨੂੰ ਵਡਿਆਉਂਦੇ ਹਾਂ, ਤੁਹਾਡੇ ਨਾਮ ਦੀ ਜੈ ਜੈਕਾਰ ਕਰਦੇ ਹਾਂ। ਪਿਤਾ ਪਰਮੇਸ਼ਰ ਅੱਜ ਦਾ ਦਿਨ ਦਿੱਤਾ ਫਾਦਰ, ਧੰਨਵਾਦੀ ਭੇਟਾ ਲੈ ਕੇ ਆਏ ਹਾਂ ਕਿਉਂਕਿ ਤੁਸੀਂ ਇਹ ਦਿਨ ਬਣਾਇਆ ਔਰ ਆਪਣੀ ਹਜ਼ੂਰੀ ਤੁਸੀਂ ਲੈ ਕੇ ਆਏ ਹੋ। ਫਾਦਰ ਸਾਡੇ ਤੋਂ ਇਸ ਤੋਂ ਵੱਧ ਕੇ ਕਿਸੇ ਚੀਜ਼ ਦੀ ਹੋਰ ਜ਼ਰੂਰਤ ਨਹੀਂ ਕਿ ਜੇ ਤੁਸੀਂ ਸਾਡੇ ਨਾਲ ਹੋ ਤਾਂ ਸਭ ਕੁਝ ਸਾਡੇ ਨਾਲ ਹੈ। ਲਾਰਡ ਜੀਸਸ ਹੋਗਾ, ਤੁਹਾਡਾ ਧੰਨਵਾਦ ਕਰਦੇ ਹਾਂ ਹਰ ਚੀਜ਼ ਦੇ ਲਈ, ਕਿਉਂਕਿ ਜੋ ਕੁਝ ਵੀ ਸਾਡੀ ਜ਼ਿੰਦਗੀ 'ਚ ਹੈ ਸਭ ਕੁਝ ਤੁਹਾਡੀ ਮਰਜ਼ੀ ਦੇ ਨਾਲ ਹੈ ਔਰ ਤੁਹਾਡੀ ਮਰਜ਼ੀ ਜੋ ਸਾਡੀ ਜ਼ਿੰਦਗੀ 'ਚ ਉਹ ਭਲਾਈ ਦੀ ਹੈ। ਥੈਂਕ ਯੂ ਫਾਦਰ, ਇਨ ਐਵਰੀਥਿੰਗ ਵੀ ਗਿਵ ਯੂ ਗਲੋਰੀ। ਸਾਡੇ ਊਂਠਾਂ ਦੀ ਕੁਰਬਾਨੀ ਨੂੰ ਹੇ ਪਿਤਾ ਪਰਮੇਸ਼ਰ ਸਵੀਕਾਰ ਕਰਨਾ। In Jesus' name, amen. Amen. Praise the Lord. Let us sing thanksgivings to our God. 1, 2, 3. I will enter His gates with thanksgiving in my heart. I will enter His courts with praise. I will say, this is the day that the Lord has made. I will rejoice, for He has made me glad. He has made me glad. He has made me glad. I will rejoice, for He has made me glad. He has made me glad. He has made me glad. I will rejoice, for He has made me glad. I I will will rejoice, for He has made me glad. Amen. ਪ੍ਰੇਜ਼ ਦੀ ਲਾਰਡ। ਸਾਰਿਆਂ ਦਾ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਨਾਲ ਪਰਮੇਸ਼ਵਰ ਦੇ ਇਸ ਪ੍ਰੋਗਰਾਮ ਜੀਸਸ ਇਜ਼ ਲਾਰਡ ਕ੍ਰੀਏਟਰ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ। ਪਰਮੇਸ਼ਵਰ ਤੋਂ ਉਮੀਦ ਕਰਦੇ ਹਾਂ ਕਿ ਅਸੀਂ ਅੱਜ ਸਾਰੇ ਤੰਦਰੁਸਤ ਹੋਵਾਂਗੇ। ਕਈ ਤਰ੍ਹਾਂ ਦਾ ਵਾਇਰਸ ਚੱਲ ਰਿਹਾ ਅੱਜ ਕੱਲ੍ਹ, ਬਹੁਤ ਸਾਰੇ ਲੋਕ ਬਿਮਾਰ ਹੈਗੇ ਨੇ, ਪਰ ਸਾਡੇ ਵਾਸਤੇ ਤਾਂ ਖੁਸ਼ੀ ਦੀ ਗੱਲ ਇੱਕੋ ਹੈਗੀ ਹੈ ਕਿ ਪਰਮੇਸ਼ਵਰ ਨੇ ਸਾਡੇ ਜੀਵਨ ਵਿੱਚ ਅੱਜ ਦਾ ਦਿਨ ਹੋਰ ਦੇਤਾ ਜਿੰਦੇ ਜ਼ਰੀਏ ਅਸੀਂ ਪਰਮੇਸ਼ਵਰ ਦੀ ਜੈ ਜੈਕਾਰ ਕਰ ਸਕੀਏ। ਪਰਮੇਸ਼ਵਰ ਅਸੀਂ ਸਾਰੇ ਜਾਣਦੇ ਹਾਂ ਕਿ ਭਲਾ ਪਰਮੇਸ਼ਵਰ ਹੈ ਅਤੇ ਉਹ ਹਮੇਸ਼ਾ ਭਲਾਈ ਹੀ ਕਰਦੇ ਨੇ। ਅਸੀਂ ਜਿਵੇਂ ਰੋਜ਼ ਤੁਹਾਡੇ ਤੱਕ ਪਰਮੇਸ਼ਵਰ ਦੇ ਵਚਨ ਲੈ ਕੇ ਆਉਂਦੇ ਹਾਂ, ਅੱਜ ਦੇ ਪਰਮੇਸ਼ਵਰ ਦਾ ਵਚਨ ਵੀ ਸਾਨੂੰ ਦੱਸਦਾ ਹੈ ਕਿ ਉਹ ਸਾਡੇ ਨਾਲ ਹਮੇਸ਼ਾ ਹੈਗੇ ਨੇ। ਪਰਮੇਸ਼ਵਰ ਦੀ ਉਪਸਥਿਤੀ ਜਿਹੜੀ ਹੈਗੀ ਹੈ, ਪਰਮੇਸ਼ਵਰ ਦਾ ਜਿਹੜਾ ਸਾਥ ਹੈਗਾ, ਉਹ ਪਰਮੇਸ਼ਵਰ ਦੇ ਬੱਚਿਆਂ ਦੇ ਨਾਲ ਹਮੇਸ਼ਾ ਰਹਿੰਦਾ। ਜਦੋਂ ਇੱਕ ਛੋਟਾ ਬੱਚਾ ਬਾਹਰ ਘਰ ਦੇ ਖੇਲ ਰਿਹਾ ਹੁੰਦਾ ਜਾਂ ਘਰ ਦੇ ਵਿਹੜੇ 'ਚ ਖੇਲ ਰਿਹਾ ਹੁੰਦਾ ਤੇ ਮਾਂ-ਬਾਪ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹਦੇ 'ਤੇ ਨਿਗਾਹ ਰੱਖਣ ਕਿ ਉਹ ਕਿਧਰੋਂ ਉਹਨੂੰ ਕੋਈ ਤਕਲੀਫ ਨਾ ਹੋਵੇ, ਕੋਈ ਸੱਟ ਨਾ ਲੱਗੇ, ਕੋਈ ਘਰੋਂ ਬਾਹਰ ਨਾ ਚਲਾ ਜਾਵੇ। ਸਾਡੇ ਪਰਮੇਸ਼ਵਰ ਸਾਨੂੰ ਹਮੇਸ਼ਾ ਇਸ ਤਰ੍ਹਾਂ ਹੀ ਸਮਝਦੇ ਨੇ, ਇਸ ਕਰਕੇ ਉਹ ਅਸੀਂ ਹਮੇਸ਼ਾ ਉਹਨਾਂ ਦੀ ਨਿਗਾਹ ਦੇ ਦਾਇਰੇ ਦੇ ਵਿੱਚ ਹੈਗੇ ਆ। ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਡਿਸਕਰੇਜਮੈਂਟ ਇਜ਼ ਅ ਚੋਇਸ। ਜੇ ਅਸੀਂ ਆਪਣੀ ਜ਼ਿੰਦਗੀ ਤੋਂ ਨਾ ਉਮੀਦ ਹੁੰਦੇ ਹਾਂ ਤੇ ਉਹ ਸਾਡੀ ਆਪਣਾ ਚੁਣਾਵ ਹੈਗਾ। ਪਰਮੇਸ਼ਵਰ ਦਾ ਚਾਹੁੰਦਾ ਹੈ ਕਿ ਅਸੀਂ ਹਰ ਰੋਜ਼ ਪਰਮੇਸ਼ਵਰ ਦੀ ਉਪਸਥਿਤੀ ਵਿੱਚ ਖੁਸ਼ੀ ਮਨਾਈਏ। ਅਸੀਂ ਐਸਾ ਜੀਵਨ ਜੀਏ ਜਿਹੜਾ ਕਿ ਸਾਨੂੰ ਵੀ ਖੁਸ਼ੀ ਦੇਵੇ ਤੇ ਸਾਡੇ ਆਸ-ਪਾਸ ਵੀ ਖੁਸ਼ੀ ਦਾ ਮਾਹੌਲ ਰੱਖੇ। ਇਹ ਸਾਡਾ ਚੁਣਾਵ ਹੈਗਾ। ਬਹੁਤ ਵਾਰੀ ਅਸੀਂ ਇਸ ਚੁਣਾਵ ਵਿੱਚ ਫੇਲ ਹੋ ਜਾਂਦੇ ਹਾਂ, ਅਸੀਂ ਠੀਕ ਚੁਣਾਵ ਨਹੀਂ ਕਰਦੇ। ਪਰ ਇਹਦਾ ਮਤਲਬ ਨਹੀਂ ਕਿ ਕਮੀ ਪਰਮੇਸ਼ਵਰ 'ਚ ਹੈਗੀ ਹੈ, ਕਮੀ ਸਾਡੇ ਆਪਣੀ ਸੋਚਾਂ 'ਚ ਹੈਗੀ ਹੈ। ਕਈ ਵਾਰ ਸਾਡਾ ਇਹ ਐਸੀ ਨੇਚਰ ਹੁੰਦੀ ਹੈ ਜਿਹੜੀ ਕਿ ਆਪ ਵੀ ਦੁਖੀ ਹੁੰਦੀ ਹੈ ਤੇ ਆਪਣੇ ਆਸ-ਪਾਸ ਲੋਕਾਂ ਨੂੰ ਵੀ ਦੁਖੀ ਕਰਦੀ ਹੈ। ਪਰ ਕਿਆ ਉਹਦਾ ਹੱਲ ਹੈਗਾ? ਬਿਲਕੁਲ ਹੈਗਾ। ਪਰਮੇਸ਼ਵਰ ਦੀ ਬਾਦਸ਼ਾਹਤ ਵਿੱਚ ਹਰ ਚੀਜ਼ ਦਾ ਇਲਾਜ ਹੈਗਾ। ਸਿਰਫ
ਉਹਦੇ ਵਾਸਤੇ ਇੱਕੋ ਚੀਜ਼ ਦੀ ਜ਼ਰੂਰਤ ਹੈ ਕਿ ਮਨ ਦੇ ਵਿੱਚ ਇੱਛਾ ਹੋਣੀ ਚਾਹੀਦੀ ਹੈ ਕਿ ਮੈਂ ਆਪਣੀ ਜ਼ਿੰਦਗੀ 'ਚ ਬਦਲਾਵ ਲੈ ਕੇ ਆਉਣਾ। ਅਸੀਂ ਸਾਰੇ ਅਕਸਰ ਆਮ ਤੌਰ ਤੇ ਗੱਲ ਕਰਦੇ ਆ ਸੈਕਰੀਫਾਈਸ ਦੀ, ਬਲੀਦਾਨ ਦੀ, ਤੇ ਹਮੇਸ਼ਾ ਸਮਝਣਾ ਜਿਹੜਾ ਬਲੀਦਾਨ ਹੈਗਾ ਇਹ ਕੋਈ ਸਮਾਨ ਹੈਗਾ ਜਿਹੜਾ ਆਪਾਂ ਕਿਸੇ ਨੂੰ ਦੇਣਾ ਹੈਗਾ। ਪਰ ਸਭ ਤੋਂ ਵੱਡਾ ਬਲੀਦਾਨ ਤੁਹਾਡੇ ਚਿਹਰੇ ਦੀ ਮੁਸਕਰਾਹਟ ਹੈਗੀ ਹੈ, ਤੁਹਾਡਾ ਸੁਭਾਅ ਹੈਗਾ। ਜੇ ਤੁਸੀਂ ਕਿਸੇ ਨੂੰ ਸਮਾਈਲ ਕਰਕੇ ਦੇਖ ਨਹੀਂ ਸਕਦੇ ਹੋ, ਫਿਰ ਇਹਦਾ ਮਤਲਬ ਤੁਹਾਡਾ ਸਫ਼ਰ ਜਿਹੜਾ ਪਰਮੇਸ਼ਵਰ ਦੇ ਨਾਲ ਦਾ ਹੈਗਾ ਉਹ ਜੇ ਬਹੁਤ ਦੂਰ ਹੈਗਾ। ਜੇ ਤੁਸੀਂ ਹਰ ਰੋਜ਼ ਗੱਲ ਤੇ ਤੁਹਾਡਾ ਜਿਹੜਾ ਮਨ ਹੈਗਾ ਉਹ ਖਰਾਬ ਹੋ ਜਾਂਦਾ ਹੈ, ਵਿਚਲਿਤ ਹੋ ਜਾਂਦਾ ਹੈ, ਉਹ ਭਟਕ ਜਾਂਦਾ ਹੈ, ਉਹ ਖੁਸ਼ੀ ਤੋਂ ਦੂਰ ਹੋ ਜਾਂਦਾ ਹੈ, ਇਹਦਾ ਮਤਲਬ ਹੈ ਤੁਹਾਨੂੰ ਬਹੁਤ ਦੂਰ ਜਾਣ ਦੀ ਜ਼ਰੂਰਤ ਹੈ। ਤੁਹਾਨੂੰ ਵਚਨ ਤੇ ਅਮਲ ਕਰਨ ਦੀ ਜ਼ਰੂਰਤ ਹੈ। ਬਹੁਤ ਸਾਰੇ ਲੋਕ ਪਰਮੇਸ਼ਵਰ ਦੇ ਵਚਨ ਦਾ ਗਿਆਨ ਤਾਂ ਬਹੁਤ ਰੱਖਦੇ ਨੇ, ਉਹਨਾਂ ਨੂੰ ਸਭ ਪਤਾ ਹੁੰਦਾ ਪੁਰਾਣਾ ਨਿਯਮ ਦੀ ਕਿਤਾਬ ਕਿਹੜੀ ਹੈ, ਨਵੇਂ ਨਿਯਮ ਦੀ ਕਿਤਾਬ ਕਿਹੜੀ ਹੈ, ਪੁਰਾਣੇ ਨਿਯਮ ਵਿੱਚ ਪਰਮੇਸ਼ਵਰ ਦਾ ਕੀ ਵਾਅਦਾ ਹੈ, ਨਵੇਂ ਨਿਯਮ ਵਿੱਚ ਕੀ ਵਾਅਦਾ ਹੈ। ਪਰ ਉਹ ਵਾਅਦੇ ਯਾਦ ਕਰਨ ਵਾਸਤੇ ਤਾਂ ਹੈਗੇ ਨੇ, ਪਰ ਉਹਨਾਂ ਨੂੰ ਤਜਰਬਾ ਕਰਨਾ ਉਸ ਤੋਂ ਜ਼ਿਆਦਾ ਜ਼ਰੂਰੀ ਹੈ। ਪਰਮੇਸ਼ਵਰ ਦੇ ਵਿੱਚ ਖੁਸ਼ਹਾਲ ਰਹਿਣ ਦਾ ਜਿਹੜਾ ਸਭ ਤੋਂ ਪਰਮੇਸ਼ਵਰ ਦਾ ਵਾਅਦਾ ਹੈਗਾ, ਉਹਨੂੰ ਰਿਸੀਵ ਕਰਨ ਵਾਸਤੇ ਉਹਦੇ ਵਿੱਚ ਤੁਹਾਨੂੰ ਕੁਝ ਐਕਸ਼ਨ ਕਰਨਾ ਪੈਂਦਾ ਹੈ। Divine discouragement is a choice, encouragement is a choice। ਅੱਜ ਦੇ ਸ਼ੀਰਸ਼ਕ ਹੀ ਚੱਲਨੇ ਆਪਾਂ। ਅੱਜ ਦਾ ਸ਼ੀਰਸ਼ਕ ਹੈਗਾ ਕਿ sometimes I just look up and see and thank that God it is you। ਕਈ ਵਾਰੀ ਮੈਂ ਉੱਪਰ ਵੇਖ ਕੇ ਮੁਸਕਰਾਨਾ ਤੇ ਦੇਖਣਾ ਤੇ ਕਹਿਣਾ ਪਰਮੇਸ਼ਵਰ ਇਹ ਤੁਸੀਂ ਸੀਗੇ। ਕੀ ਮਤਲਬ ਹੈ ਕਿ ਪਰਮੇਸ਼ਵਰ ਹਰ ਕਿਸੇ ਦੇ ਜੀਵਨ ਵਿੱਚ ਵੱਡੇ ਵੱਡੇ ਕੰਮ ਕਰਦਾ ਹੈ। ਬਹੁਤ ਸਾਰੀ ਗਵਾਹੀਆਂ ਸਾਰੇ ਭੈਣ ਭਰਾਵਾਂ ਕੋਲ ਹੈਗੀਆਂ ਨੇ, ਤੇ ਕਿਆ ਉਹ ਜਿਹੜੇ ਗਵਾਹੀਆਂ ਨੇ ਸਾਰਿਆਂ ਵਿੱਚ ਅਸੀਂ ਕੁਝ ਕੀਤਾ ਹੁੰਦਾ? ਬਹੁਤ ਸਾਰੀ ਗਵਾਹੀਆਂ ਵਿੱਚ ਸਾਡਾ ਕੋਈ ਕੰਟਰੀਬਿਊਸ਼ਨ ਨਹੀਂ ਹੁੰਦਾ। ਦਿਸ ਇਜ਼ ਕਾਲਡ ਦੀ ਮਰਸੀ ਆਫ ਗॉड। ਪਰਮੇਸ਼ਵਰ ਦੀ ਦਇਆ ਹੁੰਦੀ ਹੈ। ਬਹੁਤ ਸਾਰੇ ਲੋਕ ਜਿਹੜੇ ਹੁੰਦੇ ਨੇ ਉਹਨਾਂ ਨੂੰ ਡਾਕਟਰ ਗਲਤ ਰਿਪੋਰਟ ਦਿੰਦਾ ਹੈ, ਕੋਈ ਬਿਮਾਰੀ ਦੱਸਦਾ, ਫਿਰ ਪ੍ਰਾਰਥਨਾ ਦੇ ਨਾਲ, ਪਰਮੇਸ਼ਵਰ ਦੇ ਸਹਿਯੋਗ ਦੇ ਨਾਲ, ਸਭ ਤੋਂ ਵੱਡੀ ਗੱਲ ਹੈ ਪਰਮੇਸ਼ਵਰ ਦੀ ਦਇਆ ਦੇ ਨਾਲ। ਇਹ ਵਰਡ ਯਾਦ ਰੱਖਣਾ ਹਮੇਸ਼ਾ ਆਪਾਂ ਕਿ ਆਪਾਂ ਪਰਮੇਸ਼ਵਰ ਦੀ ਦਇਆ ਦੇ ਨਾਲ ਹੀ ਅੱਗੇ ਵਧ ਸਕਦੇ ਹਾਂ। ਕਿਉਂ? ਇਨ ਦੀ ਕਿੰਗਡਮ ਆਫ ਗॉड we cannot earn anything, everything we have is a gift from God। ਹਰ ਚੀਜ਼ ਜਿਹੜੀ ਹੈਗੀ ਹੈ ਪਰਮੇਸ਼ਵਰ ਦਾ ਦਿੱਤਾ ਹੋਇਆ ਸਾਨੂੰ ਇੱਕ ਤੋਹਫਾ ਹੈਗਾ, ਤੇ ਤੋਹਫਾ ਜਿਹੜਾ ਹੁੰਦਾ ਕੋਈ ਚੀਜ਼ ਲੈ ਕੇ ਨਹੀਂ ਫੜਿਆ ਜਾਂਦਾ। ਜਿਹੜਾ ਤੁਹਾਨੂੰ ਤੋਹਫਾ ਦਿੰਦਾ ਹੈ ਉਹ ਉਹਦੇ ਹੱਥ 'ਚ ਤੋਹਫਾ ਹੁੰਦਾ ਹੈ, ਤੇ ਤੁਸੀਂ ਖਾਲੀ ਹੱਥ ਨਾਲ ਰਿਸੀਵ ਕਰਕੇ ਉਹਨੂੰ ਕੀ ਕਰਦੇ ਹੋ? ਥੈਂਕ ਯੂ ਕਹਿੰਦੇ ਹੋ। ਉਸ ਦਾ ਆਪਾਂ ਦਾ ਅੱਜ ਦਾ ਜੀਵਨ ਵੀ ਪਰਮੇਸ਼ਵਰ ਦਾ ਤੋਹਫਾ ਹੈਗਾ। ਸਾਡੇ ਆ ਸਵਾਸ ਵੀ ਪਰਮੇਸ਼ਵਰ ਦੇ ਤੋਹਫੇ ਹੈਗੇ ਨੇ। ਰੱਬ ਦਾ ਸ਼ੁਕਰ ਕਰਨਾ ਉਹਨਾਂ ਵਾਸਤੇ ਜਿਹੜੇ ਕਿ ਪਰਮੇਸ਼ਵਰ ਦੀ ਜਿਹੜੀ ਦਿੱਤੀ ਹੋਈ ਹਵਾ ਹੈਗੀ ਉਹਦੇ ਵਿੱਚ ਸਾਂਸ ਲੈਂਦੇ ਨੇ। ਕਿਉਂਕਿ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੂੰ ਸਾਹ ਲੈਣ ਵਾਸਤੇ ਵੀ ਆਕਸੀਜਨ ਸਿਲੰਡਰ ਦੀ ਜ਼ਰੂਰਤ ਪੈਂਦੀ ਹੈ। ਪਰ ਪਰਮੇਸ਼ਵਰ ਦੀ ਹਮੇਸ਼ਾ ਇੱਛਾ ਹੈਗੀ ਹੈ ਕਿ ਪਰਮੇਸ਼ਵਰ ਦੇ ਬੇਟੇ ਦੇ ਬੇਟੀਆਂ ਜਿਹੜਾ ਲਾਈਫ ਆਫ ਅਬੰਡੈਂਸ, ਜਿਹੜਾ ਬਹੁਤਾਤ ਦਾ ਜੀਵਨ ਪਰਮੇਸ਼ਵਰ ਨੇ ਬਾਈਬਲ ਵਿੱਚ ਬਾਰ-ਬਾਰ ਜਿਹਦੇ ਬਾਰੇ ਗੱਲ ਕੀਤੀ ਹੈ, ਅਸੀਂ ਉਹਨੂੰ ਐਕਸਪੀਰੀਅੰਸ ਕਰੀਏ, ਅਸੀਂ ਉਹਨੂੰ ਜੀਏ। ਕੱਲ ਮੈਂ ਪ੍ਰਚਾਰ ਦੇ ਬਾਰੇ ਬਣਾ ਰਿਹਾ ਸੀ, ਤੇ ਕਾਫੀ ਕੁਝ ਬਣਾਉਣ ਤੋਂ ਬਾਅਦ ਇੱਕਦਮ ਮੈਂ ਇੱਕ YouTube ਤੇ ਇੱਕ ਇੰਡੋਨੇਸ਼ੀਆ ਦੀ ਔਰਤ ਹੈਗੀ ਸੀ, ਉਹ ਆਪਣੇ ਜੀਵਨ ਦੀ ਗਵਾਹੀ ਦੇ ਰਹੀ ਸੀ। ਉਹਦਾ ਨਾਮ ਹੈਗਾ ਜੂਡੀਅਥ ਹੇਲਿਮ, JUDITH
HALIM। ਇਹਦਾ ਤੁਸੀਂ ਜਾ ਕੇ YouTube 'ਤੇ ਪਾਓਗੇ ਤੁਸੀਂ ਫਾਈਂਡਿੰਗ ਹੋਪ, ਤੇ ਤੁਸੀਂ ਇਹਨੂੰ ਦੇਖ ਸਕਦੇ ਹੋ। ਹਰ ਕਿਸੇ ਦਾ ਜੀਵਨ ਜਿਹੜਾ ਹੈਗਾ ਉਹ ਗਾਰਡਨ ਆਫ ਰੋਜ਼ਿਸ ਜਾਂ ਫੁੱਲਾਂ ਦਾ ਬਗੀਚਾ ਨਹੀਂ ਹੁੰਦਾ। ਜ਼ਰੂਰੀ ਨਹੀਂ ਹੈਗਾ ਕਿ ਹਰ ਕਿਸੇ ਦੇ ਜੀਵਨ ਵਿੱਚ ਉਹਦੀ ਮਰਜ਼ੀ ਦੇ ਨਾਮ ਦੇ ਅਕੋਰਡਿੰਗ ਹਾਲਾਤ ਹੋਣ। ਹੁਣ ਇਹ ਜਿਹੜੇ ਉਹ ਤੁਹਾਨੂੰ ਜਿੰਨੀ ਗੱਲ ਸੁਣਾਉਣ ਜਾ ਰਹੇ ਇਹਦੇ ਜੀਵਨ ਤੋਂ ਆਪਾਂ ਬਹੁਤ ਕੁਝ ਸਿੱਖ ਸਕਦੇ ਹਾਂ। ਤੋ ਇਹ ਜਿਹੜੀ ਔਰਤ ਹੈਗੀ ਹੈ, ਉਸ ਟਾਈਮ ਛੋਟੀ ਬੱਚੀ ਹੈਗੀ ਹੈ, ਉਹਨੇ ਆਪਣੀ ਬਚਪਨ ਤੋਂ ਟੈਸਟੀਮਨੀ ਗਵਾਹੀ ਦਿੱਤੀ ਹੈ। ਉਹ ਕਹਿੰਦੀ ਜਦੋਂ ਮੈਂ 18 ਸਾਲ ਦੀ ਸੀਗੀ ਤੇ ਅਸੀਂ ਬੜੇ ਗਰੀਬ ਸੀਗੇ, ਸਾਨੂੰ ਖਾਣ ਵਾਸਤੇ ਰੋਟੀ ਵੀ ਨਹੀਂ ਸੀ, ਤੇ ਅਸੀਂ ਛੋਟੇ ਜਿਹੇ ਇੰਡੋਨੇਸ਼ੀਆ ਵਿੱਚ ਇੱਕ ਛੋਟਾ ਜਿਹਾ ਪਿੰਡ ਹੈਗਾ, ਅਸੀਂ ਉੱਥੇ ਰਹਿੰਦੇ ਸੀ। ਕਹਿੰਦੀ ਜਦੋਂ ਮੈਂ 18 ਮਹੀਨੇ ਦੀ ਸੀਗੀ ਮੇਰਾ ਜਿਹੜਾ ਪਿਓ ਸੀ ਸ਼ਰਾਬੀ ਕਬਾਬੀ ਸੀਗਾ, ਉਹ ਮੇਰੀ ਮਾਂ ਨੂੰ ਛੋੜ ਕੇ ਚਲਾ ਗਿਆ। ਤੇ ਕਹਿੰਦੀ ਇਹ ਬਚਪਨ ਤੋਂ ਲੈ ਕੇ 21 ਸਾਲ ਦੀ ਉਮਰ ਤੱਕ ਮੈਂ ਕਦੀ ਅੱਛੇ ਤਰੀਕੇ ਨਾਲ 2 ਵਕਤ ਦੀ ਰੋਟੀ ਖਾ ਕੇ ਨਹੀਂ ਦੇਖੀ। ਕੋਈ ਉਹ ਸਕੂਲ ਨਹੀਂ ਗਈ, ਕੋਈ ਉਹਨੇ ਪੜ੍ਹਾਈ ਨਹੀਂ ਕੀਤੀ, ਕਿਉਂਕਿ ਉਹਦੀ ਵੈਸੇ ਵੀ ਗਾਂਵ ਵਿੱਚ ਰਹਿੰਦੇ ਸੀ, ਉਹ ਛੋਟਾ ਜਿਹੇ ਕਸਬੇ ਰਹਿੰਦੇ ਸੀ, ਤੇ ਘਰ ਖਾਣ ਨੂੰ ਰੋਟੀ ਨਹੀਂ ਸੀ। ਜਦੋਂ 21 ਸਾਲ ਦੀ ਹੋਈ ਤੇ ਉਹ ਕਿਸੇ ਦੇ ਨਾਲ ਗਾਂਵ ਤੋਂ ਇੱਕ ਜਿਹੜਾ ਕੋਈ ਮੇਜਰ ਸਿਟੀ ਸੀ ਉੱਥੇ ਗਈ। ਉੱਥੇ ਉਹਨੂੰ ਇੱਕ ਬੰਦਾ ਮਿਲਿਆ, ਜੈਂਟਲਮੈਨ ਮਿਲਿਆ ਉੱਥੇ ਉਹਨੂੰ ਇੱਕ। ਉਹ ਕਹਿੰਦਾ ਮੈਂ ਤੇਰੇ ਨਾਲ ਸ਼ਾਦੀ ਕਰਨਾ ਚਾਹੁੰਦਾ, ਕਿਆ ਤੂੰ ਤਿਆਰ ਹੈ? ਉਹ ਕਹਿੰਦੀ ਮੈਂ ਤਾਂ ਮਨੋਂ ਤਾਂ ਇੱਕਦਮ ਤਿਆਰ ਸੀਗੀ, ਕਿਉਂਕਿ ਅੱਜ ਤੱਕ ਕਿਸੇ ਨੇ ਨਾ ਤਾਂ ਮੇਰੇ ਨਾਲ 2 ਬੋਲ ਚੰਗੀ ਤਰ੍ਹਾਂ ਕਹੇ ਸੀ, ਤੇ ਮੇਰੀ ਜ਼ਿੰਦਗੀ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਦੁਖੀ ਸੀਗੀ। ਤੇ ਜਦੋਂ ਕਿਸੇ ਨੂੰ ਦੁੱਖ ਦੇ ਵਿੱਚ ਕੋਈ ਅੱਛੀ ਚੀਜ਼ ਮਿਲਦੀ ਹੈ ਉਹ ਫਟ ਹਾਂ ਕਰ ਦਿੰਦਾ। ਉਹ ਕਹਿੰਦੀ ਮੈਂ ਇੱਕਦਮ ਹਾਂ ਕਰਤੀ, ਤੇ ਮੇਰੀ ਸ਼ਾਦੀ ਹੱਥੋਂ ਹੱਥ ਉਸ ਬੰਦੇ ਨਾਲ ਹੋ ਗਈ। ਮੈਂ ਉਸ ਸ਼ਹਿਰ ਵਿੱਚ ਉਹ ਬੰਦੇ ਨਾਲ ਰਹਿਣਾ ਸ਼ੁਰੂ ਕਰਤਾ। ਕਹਿੰਦਾ ਵਿਦਿਨ 1 ਈਅਰ ਉਹ ਪ੍ਰੈਗਨੈਂਟ ਹੋ ਗਈ। ਤੇ ਜਦੋਂ ਪ੍ਰੈਗਨੈਂਟ ਹੋਈ ਤਾਂ ਉਹਦੇ ਹਸਬੈਂਡ ਉਹਨੂੰ ਕਹਿੰਦਾ ਵੀ ਤੂੰ ਸਿੰਗਾਪੁਰ ਚਲੀ ਜਾ, ਕਿਉਂਕਿ ਸਿੰਗਾਪੁਰ ਜਾ ਕੇ ਜੇ ਬੱਚਾ ਜੇ ਪੈਦਾ ਹੋਏਗਾ ਤੇ ਫਿਰ ਉਹ ਸਿੰਗਾਪੁਰ ਦਾ ਸਿਟੀਜ਼ਨ ਹੋ ਜਾਏਗਾ, ਤੇ ਆਪਾਂ ਵੀ ਦੋਨੋਂ ਫਿਰ ਸਿੰਗਾਪੁਰ ਰਵਾਂਗੇ। ਤੇ ਮੇਰੀ ਪਲੈਨਿੰਗ ਹੈ ਕਿ ਆਪਾਂ ਸਿੰਗਾਪੁਰ ਜਾ ਕੇ ਰਹੀਏ, ਕਿਉਂਕਿ ਸਿੰਗਾਪੁਰ ਜਿਹੜੀ ਓਪਰਚੁਨਿਟੀਜ਼ ਹੈਗੀਆਂ ਨੇ ਉਹ ਜ਼ਿਆਦਾ ਨੇ। ਹੁਣ ਇੱਥੇ ਤੱਕ ਆਪਾਂ ਦੇਖੀਏ ਕਿ ਉਹ ਪ੍ਰਭੂ ਯਿਸੂ ਮਸੀਹ ਦੇ ਬਾਰੇ, ਕ੍ਰਿਸਚੈਨਿਟੀ ਦੇ ਬਾਰੇ ਕੁਛ ਨਹੀਂ ਜਾਣਦੀ। ਸਿੰਗਾਪੁਰ ਚਲੀ ਜਾਂਦੀ, ਉਹਦਾ ਬੇਬੀ ਪੈਦਾ ਹੁੰਦਾ, ਲੜਕੀ ਪੈਦਾ ਹੁੰਦੀ ਹੈ, ਪਰ ਡਾਕਟਰ ਆ ਕੇ ਉਹਨੂੰ ਇੱਕ ਆਪਣਾ ਬੈਡ ਨਿਊਜ਼ ਦਿੰਦਾ, ਦੁੱਖ ਭਰੀ ਖਬਰ ਸੁਣਾਉਂਦਾ। ਉਹ ਕਹਿੰਦਾ ਵੀ ਇਹ ਜਿਹੜਾ ਬੱਚਾ ਹੈਗਾ ਇਹ 3 ਮਹੀਨੇ ਤੋਂ ਜ਼ਿਆਦਾ ਜ਼ਿੰਦਾ ਨਹੀਂ ਰਹਿ ਸਕਦਾ, ਤੇ ਜੋ ਬੱਚੇ ਦੀ ਹਾਲਤ ਹੈਗੀ ਹੈ ਉਸ ਹਾਲਤ ਇਸ ਬੱਚੇ ਨੂੰ ਅਸੀਂ ਡਿਸਚਾਰਜ ਵੀ ਨਹੀਂ ਕਰ ਸਕਦੇ, ਇਹ ਬੱਚਾ ਹਸਪਤਾਲ ਹੀ ਰਹੇਗਾ। ਤੇ ਸਾਡਾ ਖਿਆਲ ਹੈ ਕਿ ਵਿਦਿਨ 3 ਮੰਥ ਇਹ ਬੱਚੇ ਦੀ ਏਜ ਹੈਗੀ, ਇਸ ਤੋਂ ਜ਼ਿਆਦਾ ਨਹੀਂ ਜ਼ਿੰਦਾ ਰਹੇਗਾ। ਉਹ ਲੇਡੀ ਆਪਣੇ ਹਸਬੈਂਡ ਨੂੰ ਆਪਣਾ ਇਨਫੋਰਮ ਕਰਦੀ ਹੈ ਵੀ ਇਹ ਮੇਰੀ ਹਾਲਤ ਹੈਗੀ ਹੈ। ਉਹਦਾ ਹਸਬੈਂਡ ਆਉਂਦਾ, ਉਹਦੇ ਕੋਲ ਆ ਕੇ ਉਹ ਕਹਿੰਦਾ ਇਸ ਤਰ੍ਹਾਂ ਹੈਗਾ ਕਿ ਜੋ ਹਾਲਤ ਹੈ ਮੈਂ ਦੇਖ ਰਿਹਾ, ਪਰ ਗੱਲ ਹੈਗੀ ਕਿ ਹੁਣ ਮੈਂ ਤੇਰੇ ਨਾਲ ਪਿਆਰ ਨਹੀਂ ਕਰਦਾ। ਦੇਖੋ ਕਿ ਉਹ ਜਨਾਨੀ ਹਸਪਤਾਲ ਵਿੱਚ ਬੈਠੀ ਹੈਗੀ ਹੈ, ਬੱਚੀ ਪੈਦਾ ਹੋਈ ਹੈ, ਬੱਚੀ ਜਿਹੜੀ ਹੈਗੀ ਹੈ ਉਹਨੂੰ 3 ਮਹੀਨੇ ਦੀ ਡਾਕਟਰ ਨੇ ਲਿਮਟ ਦਿੱਤੀ ਹੈ ਜਿੰਦਾ ਰਹਿਣ ਦੀ। ਤੇ ਹਸਬੈਂਡ ਕਹਿੰਦਾ ਵੀ ਯੂ ਆਰ ਓਨ ਯੂ, ਤੂੰ ਆਪਣੇ ਆਪ ਤੇ ਹੈਗੀ ਹੈ, ਆਈ ਡੋਂਟ ਵਾਂਟ ਯੂ ਐਨੀ ਮੋਰ।
ਤੇ ਉਹ ਵਾਪਸ ਇੰਡੋਨੇਸ਼ੀਆ ਚਲਾ ਜਾਂਦਾ। ਹੁਣ ਇਹ ਜੇ ਲੜਕੀ ਹੈਗੀ ਹੈ 22 ਸਾਲ ਦੀ ਲੜਕੀ ਹੈਗੀ ਹੈ, ਜਿੱਥੇ ਹੈ ਸਿੰਗਾਪੁਰ ਜਿੱਥੇ ਹੈਗੀ ਹੈ ਉੱਥੇ ਦੀ ਭਾਸ਼ਾ ਨਹੀਂ ਜਾਣਦੀ, ਕਿਉਂਕਿ ਛੋਟੇ ਜਿਹੇ ਗਾਂਵ ਦੀ ਭਾਸ਼ਾ ਜਾਣਦੀ ਹੈ ਸਿਰਫ। ਉਹ 2-3 ਦਿਨਾਂ ਬਾਅਦ 2-3 ਦਿਨ ਸੋਚਦੀ ਰਹਿੰਦੀ ਹੈ, ਸਦਮੇ 'ਚ ਹੁੰਦੀ ਹੈ ਵੀ ਮੇਰੇ ਨਾਲ ਹੋਇਆ ਕੀ ਹੈ। ਮੈਨੂੰ ਤਾਂ ਲੱਗਦਾ ਸੀ ਵੀ ਇਸ ਮੁਸ਼ਕਿਲ ਦੀ ਘੜੀ 'ਚ ਮੇਰਾ ਹਸਬੈਂਡ ਮੇਰੀ ਸਗੋਂ ਮਦਦ ਕਰੇਗਾ, ਮਨ ਤਸੱਲੀ ਦੇਗਾ, ਪਰ ਇਹ ਤਾਂ ਮੈਨੂੰ ਛੋੜ ਕੇ ਚਲਾ ਗਿਆ। ਉਹ ਪਿੱਛੇ ਪਿੱਛੇ ਉਹਨੇ ਇੰਡੋਨੇਸ਼ੀਆ ਚਲੀ ਜਾਂਦੀ ਹੈ ਵਾਪਸ, ਜਿੱਥੇ ਉਹਦਾ ਘਰ ਹੁੰਦਾ। ਬਾਅਦ ਜਦੋਂ ਘਰ ਜਾਂਦੀ ਉਹ ਦੇਖਦੀ ਹੈ ਤੇ ਉੱਥੇ ਤਾਂ ਕੋਈ ਹੋਰ ਔਰਤ ਰਹਿ ਰਹੀ ਉਸ ਬੰਦੇ ਦੇ ਨਾਲ, ਬੜਾ ਦੁਖੀ ਹੁੰਦੀ ਹੈ। ਵਾਪਸ 에ਅਰਪੋਰਟ ਤੇ ਆ ਜਾਂਦੀ ਹੈ, ਕਹਿੰਦੀ ਮੈਂ ਬਸ ਰੋਂਦੀ ਰਹੀ। ਵਾਪਸ ਸਿੰਗਾਪੁਰ ਆ ਜਾਂਦੀ ਹਸਪੀਟਲ ਦੀ, ਕਿਉਂਕਿ ਲੜਕੀ ਉੱਥੇ ਹੁੰਦੀ ਹੈ। ਉਹ ਡਾਕਟਰ ਨੂੰ ਕਹਿੰਦੀ ਹੈ ਵੀ ਮੇਰੀ ਬੇਟੀ ਡਿਸਚਾਰਜ ਕਰ ਦੇ ਮੈਨੂੰ, ਕਿਉਂਕਿ ਮੇਰੇ ਕੋਲ ਹਸਪੀਟਲ ਦਾ ਬਿੱਲ ਦੇਣ ਵਾਸਤੇ ਪੈਸੇ ਨਹੀਂ ਹੈਗੇ। ਇਸ ਕਰਕੇ ਇਸ ਤੋਂ ਪਹਿਲੇ ਕਿ ਬਾਅਦ ਹੀ ਝਗੜਾ ਹੋਵੇ ਤੂੰ ਮੇਰੀ ਬੇਟੀ ਨੂੰ ਡਿਸਚਾਰਜ ਕਰ ਦੇ। ਉਹ ਬੇਟੀ ਡਿਸਚਾਰਜ ਕਰ ਦਿੰਦੇ ਨੇ, ਘਰ ਆ ਜਾਂਦੀ ਹੈ। ਇਹ ਮੈਂ ਤੁਹਾਨੂੰ ਪੂਰੀ ਸਟੋਰੀ ਇਸ ਕਰਕੇ ਸੁਣਾ ਰਿਹਾ ਕਿਉਂਕਿ ਇਹਦੇ ਵਿੱਚ ਦੱਸਦਾ ਕਿ ਜਦੋਂ ਸਾਡੇ ਹਾਲਾਤ ਖਰਾਬ ਹੁੰਦੇ ਨੇ ਉਦੋਂ ਪਰਮੇਸ਼ਵਰ ਉਦੋਂ ਵੀ ਸਾਡੇ ਨਾਲ ਹੁੰਦਾ ਹੈ। ਪਰ ਆਮ ਤੌਰ ਤੇ ਲੋਕ ਜਿਹੜੇ ਹੈਗੇ ਨੇ ਜਿਵੇਂ ਹੀ ਹਾਲਾਤ ਖਰਾਬ ਹੁੰਦੇ ਨੇ ਉਹ ਸਮਝਦੇ ਨੇ ਹੁਣ ਮੇਰੇ ਨਾਲ ਕੋਈ ਨਹੀਂ ਹੈਗਾ, ਹੁਣ ਮੈਂ ਇਕੱਲਾ ਹੈਗਾ ਵਾਂ। ਤੇ ਉਹ ਆ ਕੇ ਫੈਸਲਾ ਕਰਦੀ ਹੈ, ਜਿੱਥੇ ਵੀ ਉਹ ਕਿਰਾਏ ਦੇ ਆਪਣਾ ਬਿਲਡਿੰਗ 'ਚ ਰਹਿ ਰਹੀ ਹੁੰਦੀ ਹੈ, ਉਹ ਉਹਦੇ ਕੋਲ ਆਖਰੀ ਜਿਹੜੇ 2-4 ਉੱਥੇ ਦੀ ਲੋਕਲ ਕਰੰਸੀ ਦੇ ਡਾਲਰ ਹੁੰਦੇ ਨੇ, ਉਹ ਕਹਿੰਦੀ ਹੈ ਮੇਰੇ ਕੋਲ ਅੱਜ ਦੇ ਦਿਨ ਖਾਣ ਦੇ ਪੈਸੇ ਹੈਗੇ ਨੇ, ਤੇ ਕੱਲ ਮੈਂ ਆਪਣੀ ਇਹ ਬੇਟੀ ਨੂੰ ਹੱਥ 'ਚ ਫੜ ਕੇ 14ਵੀਂ ਮੰਜ਼ਿਲ ਤੇ ਉਹਦੇ ਕੋਲ ਕਮਰਾ ਕਿਰਾਏ ਤੇ ਲਿਆ ਹੁੰਦਾ। ਉਹ ਕਹਿੰਦੀ ਉੱਥੋਂ ਮੈਂ ਛਲਾਂਗ ਮਾਰ ਦਾਂਗੀ ਜ਼ਮੀਨ ਤੇ ਮੈਂ ਤੇ ਮੇਰੀ ਬੇਟੀ ਦੋਨੋਂ, ਸਾਡੀ ਸਟੋਰੀ ਖਤਮ ਹੋ ਜਾਏਗੀ। ਉਹ ਇੱਕ ਲੈਟਰ ਲਿਖ ਦਿੰਦੀ ਆਪਣੀ ਮਾਂ ਨੂੰ ਕਿ ਮੈਂ ਇਹ ਹਾਲਾਤ ਵਿੱਚ ਸੀਗੀ ਤੇ ਮੈਂ ਖੁਦਕੁਸ਼ੀ ਕਰ ਰਹੀ ਹਾਂ। ਇਹ ਸਭ ਸੋਚ ਰਹੀ ਹੁੰਦੀ ਹੈ ਤੇ ਉਹਦਾ ਫੋਨ ਵੱਜਦਾ, ਤੇ ਫੋਨ ਵੀ ਕੌਣ ਕਰਦਾ? ਕੋਈ ਇੰਸ਼ੋਰੈਂਸ ਏਜੰਟ ਉਹਨੂੰ ਫੋਨ ਕਰ ਰਿਹਾ ਹੁੰਦਾ ਪਾਲਿਸੀ ਵੇਚਣ ਵਾਸਤੇ। ਸ਼ਾਇਦ ਉਹਨੂੰ ਹਸਪੀਟਲ ਤੋਂ ਪਤਾ ਲੱਗਦਾ ਕਿ ਬੱਚੀ ਬਿਮਾਰ ਹੈ, ਉਹਨੇ ਕਹਿੰਦਾ ਚਲੋ ਮੈਂ ਇੰਸ਼ੋਰੈਂਸ ਪਾਲਿਸੀ ਦਾ ਕੋਈ ਇੰਤਜ਼ਾਮ ਕਰਾਂ। ਉਹ ਕਹਿੰਦੀ ਮੇਰੇ ਕੋਲ ਤਾਂ ਖਾਣ ਵਾਸਤੇ ਪੈਸੇ ਨਹੀਂ ਹੈਗੇ ਤੇ ਤੂੰ ਮੈਨੂੰ ਇੰਸ਼ੋਰੈਂਸ ਪਾਲਿਸੀ ਕਰਨਾ। ਉਹ ਕਹਿੰਦਾ ਜੇ ਪੈਸੇ ਨਹੀਂ ਹੈਗੇ ਤਾਂ ਕੋਈ ਗੱਲ ਨਹੀਂ, ਮੈਂ ਤੈਨੂੰ ਅੱਜ ਸ਼ਾਮੀ ਚਰਚ ਲੈ ਜਾਣਾ ਚਾਹੁੰਦਾ। ਉਹ ਕਹਿੰਦੀ ਪਰ ਮੈਨੂੰ ਤਾਂ ਸਿੰਗਾਪੁਰ ਦੇ ਰਸਤੇ ਪਤਾ ਨਹੀਂ, ਮੈਂ ਤਾਂ 에ਅਰਪੋਰਟ ਤੋਂ ਸਿੱਧਾ ਹਸਪੀਟਲ ਆਈ ਸੀ। ਤੇ ਮਾਂ ਜਿਹੜੇ ਤੇ ਤੂੰ ਮੇਰੇ ਨਾਲ ਗੱਲ ਕਰ ਰਿਹਾ, ਮੈਨੂੰ ਤਾਂ ਇੰਨੀ ਗੱਲ ਕਰਨੀ ਆਉਂਦੀ ਹੈ, ਯੈਸ ਨੋ ਯੈਸ ਕਰਨਾ ਆਉਂਦਾ ਬਸ, ਹੋਰ ਤਾਂ ਮੈਨੂੰ ਕੁਛ ਨਹੀਂ ਪਤਾ। ਚਲੋ ਲੌਂਗ ਸਟੋਰੀ ਸ਼ਾਰਟ, ਉਹਨੂੰ ਚਰਚ ਲੈ ਜਾਂਦਾ। ਚਰਚ ਉਹਨੂੰ ਅਖੀਰਲੀ ਬੈਂਚ ਤੇ ਬਿਠਾ ਦਿੰਦਾ। ਚਰਚ ਵਿੱਚ ਵਰਸ਼ਿਪ ਚੱਲ ਰਹੀ ਹੁੰਦੀ ਹੈ। ਬਾਅਦ ਵਿੱਚ ਪਾਸਟਰ ਪ੍ਰੇਅਰ ਕਰਦਾ ਹੈਗਾ। ਪ੍ਰੇਅਰ ਕਰਦੇ ਕਰਦੇ ਪਾਸਟਰ ਉਹ ਲੇਡੀ ਵੱਲ ਇਸ਼ਾਰਾ ਕਰਦਾ ਹੈ ਕਿ ਮੈਂ ਤੇਰੇ ਵਾਸਤੇ ਪ੍ਰਾਰਥਨਾ ਕਰਨਾ ਚਾਹੁੰਦਾ। ਹੁਣ ਉਹ ਕਹਿੰਦੀ ਮੈਂ ਤਾਂ ਭਾਸ਼ਾ ਜਾਣਦੀ ਨਹੀਂ ਕਿ ਅੰਗਰੇਜ਼ੀ 'ਚ ਕੀ ਕਹਿੰਦਾ ਪਿਆ, ਤੇ ਉਹ ਕਹਿੰਦੀ ਮੈਂ ਤਾਂ ਬੈਠੀ ਰਹੀ। ਤੇ ਉਹਨੇ ਫਿਰ ਅਸ਼ਰਸ ਨੂੰ ਭੇਜਿਆ ਵੀ ਇਹਨੂੰ ਅੱਗੇ ਲੈ ਕੇ ਆਓ। ਤੇ ਕਹਿੰਦੀ ਮੈਂ ਅੱਗੇ ਚਲੀ ਗਈ, ਮੈਨੂੰ ਤਾਂ ਵੀ ਨਹੀਂ ਪਤਾ ਕੀ ਹੋ ਰਿਹਾ, ਇਹ ਸਭ ਕੀ ਚੀਜ਼ ਹੈਗੀ ਹੈ। ਉਹ ਕਹਿੰਦੀ ਹੈ ਪਰ ਜਦੋਂ ਉਹਨੇ ਪ੍ਰਾਰਥਨਾ ਕੀਤੀ ਮੇਰੇ ਤੇ ਹੱਥ ਰੱਖ ਕੇ, ਤੇ ਕਹਿੰਦੀ ਜ਼ਿੰਦਗੀ ਵਿੱਚ 22 ਸਾਲਾਂ ਵਿੱਚ ਪਹਿਲੀ ਵਾਰੀ ਮੈਨੂੰ ਲੱਗਿਆ ਜਿਵੇਂ ਮੇਰੇ ਦਿਲ ਦਾ ਜਿਹੜਾ ਬੋਝ ਉਤਰ ਗਿਆ। ਉਹ ਕਹਿੰਦੀ ਮੈਨੂੰ ਇੱਕ ਐਸੀ ਸ਼ਾਂਤੀ ਦਾ ਐਕਸਪੀਰੀਅੰਸ ਹੋਇਆ। ਤੇ ਉਹਨੂੰ ਅੱਛਾ ਮਹਿਸੂਸ ਕੀਤਾ। ਤੇ ਉਹ ਜਿਹੜਾ ਇੰਸ਼ੋਰੈਂਸ ਏਜੰਟ ਉਹਨੂੰ ਕਹਿੰਦਾ ਵੀ ਅਸੀਂ ਤੇਰੀ ਮਦਦ ਕਰਨਾ ਚਾਹੁੰਦੇ ਹਾਂ, ਤੇ ਅਸੀਂ ਤੈਨੂੰ ਚਰਚ ਵੱਲੋਂ ਕੁਝ ਪੈਸੇ ਦੇ ਕੇ ਤੇ ਵੀ ਵਿਲ ਹੈਲਪ ਯੂ ਐਂਡ ਵੀ ਵਿਲ ਹੈਲਪ ਯੂ ਗੈਟ ਅ ਜੌਬ।
ਉਹ ਕਹਿੰਦੀ ਠੀਕ ਹੈ। ਹੁਣ ਉਹ ਮੈਕਡੋਨਲਡ ਗਈ, KFC ਗਈ, ਛੋਟੇ ਛੋਟੇ ਜਗ੍ਹਾ ਤੇ ਜੌਬ ਲੱਭਣ ਗਈ, ਪਰ ਉਹਨੂੰ ਤਾਂ ਕੁਝ ਬੋਲਣਾ ਆਂਦਾ ਨਹੀਂ, ਲੋਕਲ ਭਾਸ਼ਾ ਇੰਗਲਿਸ਼ ਆਂਦੀ ਨਹੀਂ, ਤੇ ਜੌਬ ਕਿੱਥੋਂ ਮਿਲ ਜਾਏਗੀ ਉਹਨੂੰ। ਪਰ ਪਰਮੇਸ਼ਵਰ ਉਹਦੇ ਨਾਲ ਸੀਗਾ। ਅਖੀਰ ਤੇ ਜਦੋਂ ਉਹਨਾਂ ਨੇ ਕਿਹਾ ਵੀ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦੀ, ਤੇ ਉਹ ਇੰਸ਼ੋਰੈਂਸ ਏਜੰਟ ਨੇ ਉਹਨੂੰ ਕਿਹਾ ਮੈਂ ਤੈਨੂੰ ਸਿਕਿਉਰਿਟੀ ਗਾਰਡ ਦੀ ਡਿਊਟੀ ਲਗਵਾ ਦਿੰਦਾ। ਸਿਕਿਉਰਿਟੀ ਗਾਰਡ ਨੇ ਤਾਂ ਬੋਲਣਾ ਨਹੀਂ ਹੈ, ਉਹਨੇ ਸਾਰਾ ਰਾਤ ਇੱਕੋ ਜਗ੍ਹਾ ਖੜੇ ਰਹਿਣਾ ਬਸ, ਤੇ ਉਹਨੂੰ ਸਿਕਿਉਰਿਟੀ ਗਾਰਡ ਦੀ ਨੌਕਰੀ ਲਵਾਤੀ ਉਹਨੇ। ਕਹਿੰਦੀ ਮੇਰੀ ਜਿਹੜੀ ਉਸ ਟਾਈਮ ਆਪਣਾ ਸਿਕਿਉਰਿਟੀ ਗਾਰਡ ਦੀ ਨੌਕਰੀ ਦੀ ਤਨਖਾਹ ਸੀਗੀ ਉਹ $2.70 ਸੀ। ਕਹਿੰਦੀ ਮੇਰੇ ਕੋਲ ਇੰਨੇ ਪੈਸੇ ਹੁੰਦੇ ਸੀ ਕਿ ਮੈਂ ਅੱਧਾ ਪੇਟ ਖਾ ਸਕਾਂ। ਕਹਿੰਦੀ ਜੇ ਮੈਂ ਇੱਕ ਬ੍ਰੈਡ ਖਰੀਦਦੀ ਸੀ ਤੇ ਜਿਹੜਾ ਬਾਹਰਲਾ ਹਿੱਸਾ ਹੁੰਦਾ ਹੈ ਆਪਣਾ ਜਿਹੜਾ ਬਰਾਊਨ ਹਿੱਸਾ ਹੁੰਦਾ ਉਹ ਮੈਂ ਖਾਂਦੀ ਸੀ, ਤੇ ਵਿਚਲਾ ਜਿਹੜਾ ਚਿੱਟਾ ਹਿੱਸਾ ਹੁੰਦਾ ਮੈਂ ਆਪਣੀ ਬੇਟੀ ਨੂੰ ਖਿਲਾ ਦਿੰਦੀ ਸੀ। ਇਸ ਤਰ੍ਹਾਂ ਉਹਨੇ ਆਪਣਾ ਜੀਵਨ ਸ਼ੁਰੂ ਕੀਤਾ, ਪਰ ਪਰਮੇਸ਼ਵਰ ਦੀ ਸ਼ਾਂਤੀ ਉਹਦੇ ਅੰਦਰ ਆ ਗਈ। ਥੋੜੇ ਦਿਨਾਂ ਬਾਅਦ ਹੀ ਜਦੋਂ ਖੜੀ ਸੀ ਤੇ ਉੱਥੇ ਦਾ ਬੌਸ ਨਿਕਲਿਆ ਉੱਥੋਂ, ਉਹਨੇ ਲੜਕੀ ਨੂੰ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਦੇਖਿਆ, ਤੇ ਉਹਨੂੰ ਕੋਲ ਆ ਕੇ ਕਹਿੰਦਾ, ਉਹਨੂੰ ਕੋਈ ਗੱਲ ਕਰਨਾ ਚਾਹੀ ਤੇ ਉਹਨੂੰ ਤਾਂ ਪਤਾ ਨਹੀਂ ਲੱਗਦਾ ਸੀ ਕੀ ਕਹਿ ਰਿਹਾ ਉਹ। ਤੇ ਕਹਿ ਲੌਂਗ ਸਟੋਰੀ ਸ਼ਾਰਟ ਉਹਨੂੰ ਕਿਹਾ ਬਈ ਅਸੀਂ ਤੁਹਾਨੂੰ ਇੰਗਲਿਸ਼ ਦਾ ਕੋਰਸ ਕਰਾਉਣਾ ਚਾਹੁੰਦੇ, ਜੇ ਤੂੰ ਕਵੇਂ ਤਾਂ ਕੰਪਨੀ ਦੇ ਖਰਚੇ ਤੇ ਅਸੀਂ ਤੈਨੂੰ ਚਾਹੁੰਦੇ ਤੂੰ ਬਾਅਦ ਹੀ ਜੋ ਹੁਣ ਉੱਥੇ ਖੜੀ ਹੋਣੀ ਹੈ ਤੂੰ ਗੇਟ ਤੇ ਆਪਣਾ ਲੋਕਾਂ ਨਾਲ ਗੱਲਬਾਤ ਕਰ ਸਕੇ, ਲੋਕਾਂ ਨੂੰ ਅੰਦਰ ਆਉਣ ਦਾ ਬਾਹਰ ਜਾਣ ਦਾ ਕੰਮ ਕਰ ਸਕੇ। ਸੋ ਉਹਨੇ ਅੰਗਰੇਜ਼ੀ ਦੀ ਕਲਾਸਿਸ ਲਈਆਂ। ਹੁਣ ਪਰਮੇਸ਼ਵਰ ਦੇ ਨਾਲ ਸੀਗਾ, ਉਹਨੇ ਪਰਮੇਸ਼ਵਰ ਦੇ ਨਾਲ ਜੁੜ ਗਈ। ਉਹ ਵਿਦਿਨ ਅ ਗੈਪ ਆਫ 10 years। ਹੁਣ ਮੇਰੇ ਉਹਦੀ ਪੂਰੀ ਸਟੋਰੀ ਸੁਣਾਉਣ ਦਾ ਸਮੇਂ ਤਾਂ ਲੱਗੂਗਾ 15 ਮਿੰਟ ਸਿਰਫ, ਪਰ 10 ਸਾਲ ਹੀ ਜੋ ਲੜਕੀ ਜਿਹੜੀ ਹੈਗੀ ਹੈ ਉਹ ਸਿਕਿਉਰਿਟੀ ਗਾਰਡ ਤੋਂ ਰਿਸੈਪਸ਼ਨਿਸਟ ਬਣ ਗਈ, ਰਿਸੈਪਸ਼ਨਿਸਟ ਤੋਂ ਬਣ ਕੇ ਵਰਕਰ ਬਣ ਗਈ, ਸੁਪਰਵਾਈਜ਼ਰ ਬਣ ਗਈ, ਮੈਨੇਜਰ ਬਣ ਗਈ, ਤੇ ਅਲਟੀਮੇਟਲੀ 10 ਸਾਲ ਹੈ ਜੋ ਪਰਮੇਸ਼ਵਰ ਦੀ ਦਇਆ ਨਾ ਦਾ ਉਹ ਉੱਥੇ ਦੀ ਜਨਰਲ ਮੈਨੇਜਰ ਬਣ ਗਈ। ਫਿਰ ਸ਼ੀ ਹੈਡ ਲੈਫਟ ਹਰ ਜੌਬ। ਉਹ ਕਹਿੰਦੀ ਆ ਸਾਰੀ ਗੱਲ ਤਾਂ ਮੇਰੇ ਬਾਰੇ ਹੈਗੀ ਹੈ, ਮੇਰੀ ਲੜਕੀ ਦੇ ਬਾਰੇ ਤੁਹਾਨੂੰ ਦੱਸਿਆ ਨਹੀਂ। ਉਹ ਕਹਿੰਦੀ ਹੈ ਆਪਣਾ ਜਦੋਂ ਲੜਕੀ 3 ਸਾਲ ਦੀ ਹੋਈ ਤੇ ਉਹਨੂੰ ਉਸੇ ਡਾਕਟਰ ਕੋਲ ਲੈ ਕੇ ਗਈ, ਉਹ ਜਿਹੜੇ ਡਾਕਟਰ ਨੇ ਦੱਸਿਆ ਸੀ ਵੀ 3 ਮਹੀਨੇ ਤੋਂ ਜ਼ਿਆਦਾ ਜ਼ਿੰਦਾ ਨਹੀਂ ਰਹਿ ਸਕਦੀ। ਤੇ ਡਾਕਟਰ ਨੇ ਜਦੋਂ ਸਕੈਨ ਕੀਤਾ ਤੇ ਉਹ ਕਹਿੰਦਾ ਵੀ ਇਹ ਮੈਨੂੰ ਨਹੀਂ ਪਤਾ ਕੀ ਹੋਇਆ, ਬਟ ਤੇਰੀ ਲੜਕੀ ਨੂੰ ਕੋਈ ਪਰੇਸ਼ਾਨੀ ਨਹੀਂ ਹੈਗੀ। ਤੇ ਉਹ ਕਹਿੰਦੀ ਇਸ ਟਾਈਮ ਜਿਹੜੀ ਮੇਰੀ ਲੜਕੀ ਹੈਗੀ ਹੈ ਉਹ ਜਿੱਥੇ ਜਿਹੜੀ ਚਰਚ 'ਚ ਆਪਣੀ ਗਵਾਹੀ ਦੇ ਰਹੀ ਸੀ, ਉਹਦੀ ਲੜਕੀ ਉਸ ਟਾਈਮ 26 ਸਾਲ ਦੀ ਹੋਈ ਸੀ, ਤੇ ਉਹ ਚਰਚ ਦੇ ਵਿੱਚ ਹੀ ਬੈਠੇ ਸੀ। ਕਹਿੰਦੀ ਪਰ ਮੇਰੀ ਸਟੋਰੀ ਇੱਥੇ ਖਤਮ ਨਹੀਂ ਹੁੰਦੀ, ਕਿਉਂਕਿ ਪਰਮੇਸ਼ਵਰ ਦਾ ਵਚਨ ਕੀ ਹੈਗਾ? ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਮੈਂ ਤੈਨੂੰ ਤੇਰੀ ਮਾਂ ਦੇ ਪੇਟ ਵਿੱਚ ਰਚਿਆ ਤੇ ਤੈਨੂੰ ਤੇਰੇ ਬੁਢਾਪੇ ਤੱਕ ਲਈ ਫਿਰਾਂਗਾ। God says, I will never leave you nor forsake you। ਤੇ ਜਦੋਂ 7 ਸਾਲ ਉਹਨੂੰ ਹੋ ਗਏ, ਕੀ ਕਹਿੰਦੇ ਨੇ, ਸਿੰਗਾਪੁਰ ਰਹਿੰਦੇ ਆ, ਉਹਨੂੰ ਇੱਕ ਉੱਥੇ ਆਪਣਾ ਚਰਚ 'ਚ ਉਹਨੂੰ ਕੋਈ ਬੰਦਾ ਮਿਲਿਆ ਤੇ ਉਹਨੇ ਸ਼ਾਦੀ ਕਰ ਲਈ ਉਹਨਾਂ ਨਾਲ। ਸ਼ਾਦੀ ਦੇ ਥੋੜੇ ਸਮੇਂ ਬਾਅਦ ਤਕਰੀਬਨ 4-5 ਸਾਲ ਉਹਦਾ ਜੀਵਨ ਬੜਾ ਅੱਛਾ ਨਿਕਲਿਆ। ਅਚਾਨਕ ਉਹਦੇ ਹਸਬੈਂਡ ਨੂੰ ਸਿਰ ਵਿੱਚ ਬਹੁਤ ਤੇਜ਼ ਦਰਦ ਹੋਣਾ ਸ਼ੁਰੂ ਹੋ ਗਿਆ। ਉਹਨੂੰ ਹਸਪੀਟਲ ਲੈ ਗਈ। ਉਹ ਹਸਪੀਟਲ ਲੈ ਗਈ ਤੇ ਡਾਕਟਰ ਕਹਿੰਦਾ ਜੀ ਇਹਨੂੰ ਤਾਂ ਕੈਂਸਰ ਹੈਗਾ ਤੇ ਇਹਦੀ ਜ਼ਿੰਦਗੀ ਸਿਰਫ 6 ਮਹੀਨੇ ਦੀ ਹੈਗੀ ਹੈ। ਕਹਿੰਦੀ ਮੈਂ ਬੜੀ ਦੁਖੀ ਹੋਈ, ਪਰ ਮੈਂ ਕਿਹਾ, ਮੈਨੂੰ ਉਹਨੇ ਆਪਣੇ ਮੂੰਹ ਤੋਂ ਨਹੀਂ ਕਿਹਾ, ਪਰ ਜਿਸ ਤਰ੍ਹਾਂ ਜੋਬ ਹੈਗਾ, ਜੋਬ ਨੇ ਵੀ ਜਿੰਨੀ ਮਰਜ਼ੀ ਤਕਲੀਫ ਤੋਂ ਨਿਕਲਿਆ ਉਹਨੇ ਕਦੀ ਵੀ ਪਰਮੇਸ਼ਵਰ ਦੀ ਨਿੰਦਾ ਨਹੀਂ ਕੀਤੀ। ਉਹਨੇ ਕਦੀ ਵੀ ਪਰਮੇਸ਼ਵਰ ਵਿਸ਼ਵਾਸ ਨਹੀਂ ਘੱਟ ਕੀਤਾ ਆਪਣਾ। ਤੇ ਇਸ ਲੇਡੀ ਦਾ ਮੈਨੂੰ ਇੰਨਾ ਮੈਂ ਇੰਪ੍ਰੈਸ ਹੋਇਆ। ਲੇਡੀ ਕਹਿੰਦੀ ਹੈ ਕਿ ਮੈਂ ਜਾ ਕੇ ਆਪਣੇ ਹਸਬੈਂਡ ਨੂੰ ਜਾ ਕੇ ਹਸਪੀਟਲ ਰੂਮ ਹੀ ਦੱਸਿਆ ਵੀ ਡਾਕਟਰ ਕਹਿੰਦਾ ਵੀ ਤੇਰੇ ਕੋਲ ਤਾਂ 6 ਮਹੀਨੇ ਦੀ ਜ਼ਿੰਦਗੀ ਹੈਗੀ ਹੈ। ਤੇ ਕਹਿੰਦਾ ਮੇਰਾ ਹਸਬੈਂਡ ਕਹਿੰਦਾ ਕੋਈ ਗੱਲ ਨਹੀਂ।
ਪਰ ਇਹਦਾ ਮਤਲਬ ਮੇਰੇ ਕੋਲ ਸਮੇਂ ਦੇ ਘੱਟ ਹੈਗਾ, ਤੇ ਮੈਨੂੰ ਆਪਣੇ ਜਿਹੜਾ ਸਮੇਂ ਜਿਹੜਾ ਹੈਗਾ ਉਹਦਾ ਮੈਨੂੰ ਬੈਸਟ ਯੂਜ਼ ਕਰਨਾ ਚਾਹੀਦਾ। ਤੇ ਉਹ ਕਹਿੰਦੇ ਮੈਂ, ਮੇਰੇ ਹਸਬੈਂਡ ਤੇ ਮੇਰੇ ਆਪਣਾ 2 ਬੱਚੇ ਕਹਿੰਦੇ ਹੁੰਦੇ, ਕਹਿੰਦੇ ਅਸੀਂ ਪਾਕਿਸਤਾਨ ਚਲੇ ਗਏ, ਉੱਥੇ ਅਸੀਂ ਮਿਸ਼ਨ ਸ਼ੁਰੂ ਕੀਤਾ, ਪਰਮੇਸ਼ਵਰ ਦਾ ਕੰਮ ਸ਼ੁਰੂ ਕੀਤਾ। ਕਹਿੰਦੀ ਪਰ ਜਿਵੇਂ ਜਿਵੇਂ ਸਾਡਾ ਮਿਸ਼ਨ ਦਾ ਕੰਮ ਵੱਧਦਾ ਸੀ, ਉਵੇਂ ਉਵੇਂ ਮੇਰੇ ਹਸਬੈਂਡ ਦੀ ਤਕਲੀਫ ਵੱਧਦੀ ਜਾਂਦੀ ਸੀ। ਜਿਹੜੀ ਗੋਲੀਆਂ ਪਹਿਲੇ 2 ਖਾ ਕੇ ਆਰਾਮ ਮਿਲਦਾ ਸੀ, ਉਹ ਫਿਰ 6 ਖਾਣ ਨਾਲ ਆਰਾਮ ਨਹੀਂ ਮਿਲਦਾ ਸੀ, ਫਿਰ 8 ਖਾਣ ਨਾਲ ਵੀ ਆਰਾਮ ਨਹੀਂ ਮਿਲਦਾ ਸੀ, ਫਿਰ ਡਾਕਟਰ ਡੋਜ਼ ਵਧਾ ਦਿੰਦਾ ਸੀ ਤਾਂ ਵੀ ਆਰਾਮ ਨਹੀਂ ਮਿਲਦਾ ਸੀ। ਅਲਟੀਮੇਟਲੀ ਕੀ ਹੋਇਆ ਕਿ ਉਹਦਾ ਜਿਹੜਾ ਹਸਬੈਂਡ ਹੈਗਾ ਉਹ ਨਾ ਤਾਂ ਆਪਣੇ ਆਪ ਚੱਲ ਸਕਦਾ ਸੀ, ਨਾ ਬੋਲ ਸਕਦਾ ਸੀ, ਉਹ ਬਿਲਕੁਲ ਹੀ ਹੁੰਦਾ ਅਖੀਰਲਾ ਸਮੇਂ ਆ ਗਿਆ। ਉਹ ਕਹਿੰਦੀ ਪਰ ਮੇਰੀ ਸਟੋਰੀ ਇੱਥੇ ਖਤਮ ਨਹੀਂ ਹੁੰਦੀ। ਉਹ ਕਹਿੰਦੀ ਅਸੀਂ, ਸਾਨੂੰ ਡਾਕਟਰ ਨੇ ਕਿਹਾ ਕਿ ਇਹਦੇ ਹੁਣ 2-3 ਦਿਨ ਹੈਗੇ ਨੇ ਇਹਦੀ ਉਮਰ ਦੇ, ਜ਼ਿੰਦਗੀ ਦੇ, ਜੋ ਤੁਸੀਂ ਇਹਨਾਂ ਨਾਲ ਕਰਨਾ ਤੇ ਮਤਲਬ 3 ਦਿਨਾਂ ਦਾ ਲਾਸਟ ਟਾਈਮ ਹੈਗਾ, 3 ਦਿਨਾਂ ਬਾਅਦ ਬੰਦਾ ਨਹੀਂ ਰਹੇਗਾ। ਕਹਿੰਦੀ ਮੈਂ ਆਪਣਾ ਸੈੱਲ ਫੋਨ ਲੈ ਕੇ ਆਪਣੇ ਹਸਬੈਂਡ ਦੇ ਆਪਣਾ ਹਸਪੀਟਲ ਰੂਮ ਵਿੱਚ ਗਈ, ਤੇ ਮੈਂ ਚਾਹੁੰਦੀ ਸੀ ਉਹ ਕੁਝ ਕਵੇ ਕਿ ਮੈਂ ਆਈ ਲਵ ਯੂ ਜਾਂ ਜੋ ਕੁਝ ਕਵੇ ਉਹ ਮੈਂ ਰਿਕਾਰਡ ਕਰ ਲਾਂਗੀ ਆਪਣਾ ਫੋਨ ਤੇ, ਤਾਂ ਕਿ ਮੈਂ ਬਾਕੀ ਦੀ ਉਮਰ ਜਿਹੜੀ ਹੈਗੀ ਹੈ ਉਹ ਆਪਣੇ ਹਸਬੈਂਡ ਦੀ ਆਵਾਜ਼, ਜਿਹੜੇ ਆਖਰੀ ਸਮੇਂ ਦੀ ਆਵਾਜ਼ ਸੀ, ਉਹਨੂੰ ਸੁਣ ਸੁਣ ਕੇ ਜ਼ਿੰਦਗੀ ਜੀ ਲਾਂਗੀ। ਪਰ ਉਹਦਾ ਹਸਬੈਂਡ ਬੋਲ ਨਹੀਂ ਸਕਦਾ ਸੀ ਉਸ ਟਾਈਮ, ਬੜਾ ਉਹਨੂੰ ਦੁੱਖ ਸੀਗਾ। ਜਦੋਂ ਉਹਨਾਂ ਨੇ ਸਾਰੀ ਤਿਆਰੀ ਕਰ ਲਈ, ਬਈ ਸੋਚਿਆ ਕੱਲ ਜਾਂ ਪਰਸੋਂ ਦੇ ਉਹਨਾਂ ਡਾਕਟਰ ਟਿਊਬਾਂ ਉਤਾਰ ਦੇਣਗੇ ਤੇ ਕੰਮ ਖਤਮ ਹੋ ਜਾਏਗਾ। ਕਹਿੰਦੀ ਅਚਾਨਕ ਜੋ ਦੁਬਾਰਾ ਉਹ ਥੋੜੀ ਦੇਰ ਬਾਅਦ ਚਲੀ ਗਈ ਰੋਟੀ ਖਾਣ, ਜੋ ਦੁਬਾਰਾ ਆ ਕੇ ਕਮਰੇ 'ਚ ਐਂਟਰ ਕੀਤਾ ਤੇ ਉਹਨੂੰ ਲੱਗਿਆ ਜਿਵੇਂ ਕਮਰੇ ਦੇ ਕੋਨੇ ਤੇ ਇੱਕ ਅਜੀਬ ਜੀ ਰੋਸ਼ਨੀ ਜਿਹੜੀ ਉਹਨੇ ਪਹਿਲੇ ਕਦੇ ਨਹੀਂ ਦੇਖੀ ਸੀ। ਪਰ ਉਹਦਾ ਹਸਬੈਂਡ ਨੂੰ ਉਹ ਦਰਦ ਦੇ ਨਾਲ ਅਜੇ ਵੀ ਚੀਕਾ ਮਾਰਦਾ ਸੀ। ਕਹਿੰਦੀ ਬਈ ਜੋ ਰੋਸ਼ਨੀ ਦੇਖੀ ਤੇ ਮੈਨੂੰ ਲੱਗਿਆ ਕਿ ਇਹ ਪਰਮੇਸ਼ਵਰ ਦੀ ਉਪਸਥਿਤੀ ਹੈਗੀ ਹੈ। ਕਹਿੰਦੀ ਪਰ ਉਸ ਰੋਸ਼ਨੀ ਵਿੱਚ ਮੈਂ ਇਹ ਨਾ ਕਹਿ, ਮੇਰੇ ਮੂੰਹ ਇਹ ਨਹੀਂ ਨਿਕਲ ਸਕਿਆ ਕਿ ਪਰਮੇਸ਼ਵਰ ਮੇਰੇ ਪਤੀ ਨੂੰ ਚੰਗਿਆਈ ਦੇ ਦੇ, ਦੇਖ ਕਿਵੇਂ ਤੜਪ ਰਿਹਾ। ਕਹਿੰਦੀ ਮੈਂ ਸਿਰਫ ਰੱਬ ਦਾ ਸ਼ੁਕਰ ਹੀ ਕਰਦੀ ਰਹਿ ਗਈ, ਰੱਬਾ ਤੇਰਾ ਸ਼ੁਕਰ ਹੈ, ਰੱਬਾ ਤੇਰਾ ਸ਼ੁਕਰ ਹੈ, ਥੈਂਕ ਯੂ ਲਾਰਡ, ਥੈਂਕ ਯੂ ਲਾਰਡ। ਕਹਿੰਦੀ ਕੁਝ ਸੈਕਿੰਡ ਦੇ ਬਾਅਦ ਉਹ ਰੋਸ਼ਨੀ ਚਲੀ ਗਈ ਤੇ ਉਹਦਾ ਹਸਬੈਂਡ ਬੇਹੋਸ਼ ਹੋ ਗਿਆ। ਉਹਨੇ ਚੀਕਾਂ ਮਾਰਨੀਆਂ ਬੰਦ ਕਰਤੀਆਂ। ਕਹਿੰਦੀ ਸ਼ਾਮ ਦਾ ਟਾਈਮ ਸੀ, ਮੈਂ ਉੱਠ ਕੇ ਆਪਣੇ ਕਮਰੇ ਚਲੀ ਗਈ, ਸੋ ਗਈ ਜਾ ਕੇ। ਕਹਿੰਦੀ ਸਵੇਰੇ ਉੱਠੀ, ਅਜੇ ਜਿਵੇਂ ਸੁੱਤੀ ਪਈ ਸੀ, ਨਰਸ ਆ ਕੇ ਨਾ ਬੜੀ ਘਬਰਾਈ ਹੋਏ ਮੈਨੂੰ ਜ਼ੋਰ ਜ਼ੋਰ ਦੀ ਹਿਲਾਵੇ, ਉੱਠ ਉੱਠ ਉੱਠ। ਕਹਿੰਦੀ ਮੈਂ ਉੱਠ ਕੇ ਉਹਨੂੰ ਕਿਹਾ ਵੀ ਕੀ ਗੱਲ ਹੋ ਗਈ। ਉਹ ਕਹਿੰਦੀ ਮੈਂ ਸਮਝ ਗਿਆ, ਨਿਊਜ਼ ਲੈ ਕੇ ਆਈ ਹੈ ਵੀ ਤੇਰੇ ਹਸਬੈਂਡ ਦੀ ਹਾਰਟ ਬੀਟ ਖਤਮ ਹੋ ਗਈ ਹੈ। ਤੇ ਕਹਿੰਦੀ ਮੈਂ ਉਹਨੂੰ ਪੁੱਛਿਆ ਕੀ ਹੋ ਗਿਆ। ਕਹਿੰਦੀ ਤੇਰਾ ਹਸਬੈਂਡ ਮਿਸਿੰਗ ਹੈ, ਉਹ ਆਪਣੇ ਕਮਰੇ 'ਚ ਨਹੀਂ ਹੈਗਾ। ਉਹ ਕਹਿੰਦੀ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ ਹੈ, ਕਿਉਂਕਿ ਉਹਦੇ ਤਾਂ ਸਾਰੀਆਂ ਟਿਊਬਾਂ ਲੱਗੀਆਂ ਨੇ, ਉਹ ਤਾਂ ਆਪਣੀ ਮਰਜ਼ੀ ਦੇ ਨਾਲ ਤਾਂ ਹੱਥ ਵੀ ਨਹੀਂ ਲਾ ਸਕਦਾ, ਤੇ ਤੂੰ ਕਿਵੇਂ ਕਹਿੰਦੀ ਵੀ ਉਹ ਆਪਣਾ ਕਮਰੇ 'ਚ ਹੀ ਨਹੀਂ ਹੈਗਾ। ਉਹ ਦੋਨੋਂ ਭੱਜਿਆ ਨਰਸ ਤੇ ਆ ਜਿਹੜੀ ਜੂਡੀਅਤ ਸੀਗੀ, ਇਹ ਉਸ ਕਮਰੇ 'ਚ ਗਈਆਂ ਜਿੱਥੇ ਉਹਦਾ ਹਸਬੈਂਡ ਸੀਗਾ, ਤੇ ਦੇਖਿਆ ਤੇ ਵਾਕਈ ਹਸਪੀਟਲ ਦਾ ਬੈੱਡ ਖਾਲੀ ਸੀ। ਤੇ ਹਰ ਅੱਜ ਕੱਲ੍ਹ ਹਸਪੀਟਲ ਦੇ ਰੂਮ ਵਿੱਚ ਐਮਰਜੈਂਸੀ ਬਟਨ ਲੱਗਿਆ ਹੁੰਦਾ, ਉਹ ਐਮਰਜੈਂਸੀ ਬਟਨ ਦੱਬਣ ਲੱਗੇ ਸੀ ਕਿ ਇੰਨੀ ਦੇਰ ਵਿੱਚ ਵਾਸ਼ਰੂਮ ਦਾ ਦਰਵਾਜ਼ਾ ਖੁੱਲਿਆ ਤੇ ਉਹਦਾ ਹਸਬੈਂਡ ਉੱਥੇ ਖੜਾ ਸੀ। ਉਹਦੇ ਹਸਬੈਂਡ ਨੇ ਬਾਅਦ ਉਹਨੂੰ ਗੱਲ ਦੱਸੀ, ਕਹਿੰਦਾ ਜਦੋਂ ਮੇਰੇ ਸਵੇਰੇ ਅੱਖਾਂ ਖੁੱਲੀਆਂ ਤੇ ਮੈਨੂੰ ਲੱਗਿਆ ਕਿ ਮੈਂ ਕਾਫੀ ਅੱਛਾ ਮਹਿਸੂਸ ਕਰ ਰਿਹਾ।
ਕਹਿੰਦਾ ਫਿਰ ਮੈਂ ਵਾਸ਼ਰੂਮ ਜਾਣਾ ਚਾਹਿਆ ਤੇ ਮੈਨੂੰ ਲੱਗਿਆ ਕਿ ਮੈਂ ਪਹਿਲੇ ਬੈਲ ਦਬਾਵਾਂ, ਕਿਉਂਕਿ ਉਹ ਤੁਹਾਡੇ ਉਂਗਲੀ ਤੇ ਉਹ ਬੈਲ ਲਗਾ ਦਿੰਦੇ ਨੇ, ਤੁਹਾਨੂੰ ਹੱਥ ਚੁੱਕਣ ਦੀ ਲੋੜ ਨਹੀਂ ਹੁੰਦੀ। ਤਾਂ ਉਹ ਕਹਿੰਦਾ ਪਰ ਮੈਂ ਮਹਿਸੂਸ ਕੀਤਾ ਤੇ ਮੈਂ ਤਾਂ, ਮੈਨੂੰ ਦਰਦ ਨਹੀਂ ਹੈਗੀ ਕੋਈ। ਕਹਿੰਦਾ ਥੋੜਾ ਬਹੁਤ ਮੈਂ ਹਿੱਲਣ ਦੀ ਕੋਸ਼ਿਸ਼ ਕੀਤੀ ਤੇ ਮੈਂ ਹਿੱਲ ਸਕਿਆ। ਤੇ ਲੌਂਗ ਸਟੋਰੀ ਸ਼ਾਰਟ, ਉਹਨੇ ਬੰਦੇ ਨੇ ਆਪਣੀ ਟਿਊਬਾਂ ਲਾਈਆਂ ਥੋੜੀ ਥੋੜੀਆਂ ਤੇ ਉੱਠ ਕੇ ਕਦਮ ਕਦਮ ਕਰਕੇ ਪਿਸ਼ਾਬ ਕਰਨ ਚਲਾ ਗਿਆ। ਤੇ ਅੱਜ ਦੀ ਤਰੀਕ ਵਿੱਚ ਉਹ ਦੋਨੋਂ ਸਿੰਗਾਪੁਰ ਵਿੱਚ ਅਲੱਗ-ਅਲੱਗ ਜਗ੍ਹਾ ਪਰਮੇਸ਼ਵਰ ਦੇ ਸੇਵਾ ਕਰ ਰਹੇ ਨੇ। ਸੋ ਦਿਸ ਵਾਸ ਦੀ, ਇਹ ਖੈਰ ਲੇਡੀ ਦਾ ਤਾਂ ਸਾਰੀ ਜ਼ਿੰਦਗੀ ਦੀ ਖਬਰ ਸੀਗੀ ਕਿਵੇਂ ਪਰਮੇਸ਼ਵਰ ਦੇ ਨਾਲ ਰਿਹਾ, ਪਰ ਆਪਾਂ ਦੇਖਿਆ ਕਿ ਉਹਦਾ ਜਿਹੜਾ ਸਫ਼ਰ ਸੀਗਾ ਉਹ ਉਤਾਰ ਚੜਾਵ ਦਾ ਸਫ਼ਰ ਸੀ। ਕਿ ਜਦੋਂ ਉਹ ਕਹਿੰਦੀ, ਜਦੋਂ ਅਸੀਂ ਜਿਵੇਂ ਆਮ ਬੰਦਾ ਬ੍ਰਸ਼ ਕਰਦਾ ਸਵੇਰੇ, ਟੁੱਥ ਬ੍ਰਸ਼ ਕਰਦਾ, ਤੇ ਜਦੋਂ ਤੁਸੀਂ ਆਪਣਾ ਥੁੱਕ ਸਿੱਟਦੇ ਹੋ ਤੇ ਚਿੱਟੀ ਥੁੱਕ ਨਿਕਲਦੀ, ਆਮ ਤੌਰ ਤੇ ਲੋਕੀ ਜਿਹੜੇ ਵਾਈਟ ਟੁੱਥਪੇਸਟਾਂ ਕਰਦੇ ਨੇ। ਕਹਿੰਦੀ ਜਦੋਂ ਮੇਰਾ ਹਸਬੈਂਡ ਮੇਰੇ ਨਾਲ ਮਿਸ਼ਨ ਤੇ ਸੀਗਾ, ਬਿਮਾਰ ਸੀਗਾ, ਉਹ ਜਦੋਂ ਵੀ ਥੁੱਕਦਾ ਸੀ ਤੇ ਖੂਨ ਨਿਕਲਦਾ ਸੀ। ਉਹ ਕਹਿੰਦੀ ਜਦੋਂ ਅਸੀਂ ਮਿਸ਼ਨ ਰੱਬ ਦਾ ਕੰਮ ਕਰਨਾ ਸ਼ੁਰੂ ਕੀਤਾ ਤੇ ਡਾਕਟਰ ਕਹਿੰਦੇ ਸੀ ਇਹਦੇ ਸਿਰ ਦੇ ਵਿੱਚ ਇੰਨਾ ਵੱਡਾ ਟਿਊਮਰ ਹੈ, ਜਿੰਨਾ ਵੱਡਾ ਕੀ ਇੱਕ ਅੰਡਾ ਹੁੰਦਾ, ਐਗ ਹੁੰਦਾ। ਪਰ ਜਦੋਂ ਜਿਵੇਂ ਜਿਵੇਂ ਮਿਸ਼ਨ ਦਾ ਕੰਮ ਵਧਣਾ ਸ਼ੁਰੂ ਹੋਇਆ ਤੇ ਉਹ ਜਿਹੜਾ ਟਿਊਮਰ ਸੀ ਉਹ 2 ਐਗ ਦੀ ਸ਼ੇਪ ਲੈ ਲਿਆ ਉਹਨੇ। ਮਤਲਬ ਅੰਦਰ ਵੀ ਨਜ਼ਰ ਆਉਂਦਾ ਸੀ ਤੇ ਬਾਹਰ ਵੀ ਅੰਡੇ ਦਾ ਏਡਾ ਵੱਡਾ ਉਹਨਾਂ ਦਾ ਟਿਊਮਰ ਨਜ਼ਰ ਆਉਂਦਾ ਸੀ। ਪਰ ਕੀ ਹੈਗੀ, ਉਹਨੇ ਪਰਮੇਸ਼ਵਰ ਦਾ ਸਾਥ ਨਹੀਂ ਛੋੜਿਆ, ਹਿੰਮਤ ਰੱਖੀ ਤੇ ਖੁਸ਼ੀ ਦੇ ਨਾਲ ਜਿਹੜਾ ਕੰਮ ਪਰਮੇਸ਼ਵਰ ਨੂੰ ਕਿਹਾ ਉਹ ਕਰਦੀ ਰਹੀ। ਹੁਣ ਆਪਾਂ ਗੱਲ ਵੀ ਸ਼ੁਰੂ ਕਿਸ ਦੇ ਤੋਂ ਕੀਤੀ ਸੀ ਕਿ ਅਸੀਂ ਥੋੜੀ ਜਿਹੀ ਤਕਲੀਫ ਤੋਂ ਦਿਲ ਹਾਰ ਜਾਂਦੇ ਹਾਂ, ਥੋੜੀ ਜਿਹੀ ਤਕਲੀਫ ਨਾਲ ਅਸੀਂ ਬੇਚੈਨ ਹੋ ਜਾਂਦੇ ਹਾਂ। ਪਰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਵੀ ਆਰ ਨੈਵਰ ਅਲੋਨ। ਅਸੀਂ ਕਦੀ ਵੀ ਇਕੱਲੇ ਨਹੀਂ ਹੈਗੇ। ਜਿਸ ਤੱਕ ਸਾਡੀ ਸਾਂਸ ਹੈਗੀ ਹੈ ਤਾਂ ਤੱਕ ਸਾਨੂੰ ਉਮੀਦ ਹੋਣੀ ਚਾਹੀਦੀ ਹੈ ਕਿ ਪਰਮੇਸ਼ਵਰ ਦਾ ਜਿਹੜਾ ਅਜੂਬਾ ਹੈਗਾ ਉਹ ਤੁਹਾਡੇ ਤੇ ਮੇਰੇ ਜੀਵਨ ਵਿੱਚ ਕਦੀ ਵੀ ਹੋ ਸਕਦਾ ਹੈ। ਪਰਮੇਸ਼ਵਰ ਦਾ ਸ਼ੁਕਰ ਕਰਨੇ ਆ ਕਿ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਉਹ ਤੰਦਰੁਸਤ ਹੈਗੇ ਨੇ, ਜ਼ਿਆਦਾ ਲੋਕ ਤੰਦਰੁਸਤ ਨੇ। ਪਰ ਹੋ ਸਕਦਾ ਕੁਝ ਲੋਕ ਸੁਣਨ ਵਾਲੇ ਜਿਹੜੇ ਅੱਜ ਹੈਗੇ ਨੇ ਉਹਨਾਂ ਨੂੰ ਆਪਣਾ ਜਿਹੜਾ ਜ਼ਿੰਦਗੀ ਜਿਹੜੀ ਹੈਗੀ ਹੈ ਬੜਾ ਵੱਡਾ ਬੋਝ ਲੱਗਦੀ ਹੋਵੇ, ਬਿਮਾਰ ਹੋਣ, ਤਕਲੀਫ ਹੋਵੇ, ਦਿਮਾਗੀ ਪਰੇਸ਼ਾਨੀ ਹੋਵੇ, ਘਰ ਦੀ ਪਰੇਸ਼ਾਨੀ ਹੋਵੇ, ਪੈਸੇ ਦੀ ਪਰੇਸ਼ਾਨੀ ਹੋਵੇ। ਪਰੇਸ਼ਾਨੀਆਂ ਤਾਂ ਕਈ ਤਰ੍ਹਾਂ ਦੀਆਂ ਨੇ। ਜਿਸ ਤਰ੍ਹਾਂ ਕਈ ਤਰ੍ਹਾਂ ਦੇ ਰੰਗ ਹੈਗੇ ਨੇ ਸੰਸਾਰ ਵਿੱਚ, ਉਸ ਤਰ੍ਹਾਂ ਹਰ ਕਿਸੇ ਦਾ ਵੱਖਰੇ ਹਾਲਾਤ ਹੈਗੇ ਨੇ। ਪਰ ਕਿਸੇ ਦੇ ਕੋਈ ਵੀ ਹਾਲਾਤ ਹੋਣ, ਜੇ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਜੀਵਨ ਦਿੱਤਾ ਤੇ ਤੁਸੀਂ ਉਹਨਾਂ ਹਾਲਾਤਾਂ ਤੇ ਹਮੇਸ਼ਾ ਜਿੱਤ ਪਾਉਣ ਦੀ ਸਮਰਥ ਰੱਖਦੇ ਹੋ ਪ੍ਰਭੂ ਦੀ ਤਾਕਤ ਦੇ ਨਾਲ। ਹਮੇਸ਼ਾ ਜਿਹੜਾ ਨਾਲ ਦਾ ਡਿਫਾਲਟ ਵਰਡ ਹੈ ਉਹ ਜ਼ਰੂਰ ਬੋਲਣਾ ਚਾਹੀਦਾ ਕਿ ਮੈਂ ਕਿਵੇਂ ਜਿੱਤਣ ਦੀ ਉਮੀਦ ਰੱਖਣਾ, ਕਿਉਂਕਿ ਪਰਮੇਸ਼ਵਰ ਮੇਰੇ ਸੰਗ ਹੈਗਾ। ਕਦੀ ਵੀ ਇਹ ਨਹੀਂ ਕਹਿਣਾ ਚਾਹੀਦਾ ਕਿ ਮੈਂ ਆਪਣੀ ਹਿੰਮਤ ਦੇ ਨਾਲ, ਮੈਂ ਜ਼ੋਰ ਲਾ ਕੇ, ਮੈਂ ਜ਼ਿਆਦਾ ਕੰਮ ਕਰਕੇ, ਮੈਂ ਵੱਡੇ ਡਾਕਟਰ ਨੂੰ ਦਿਖਾ ਕੇ, ਮੈਂ ਆਪਣਾ ਵੱਡਾ ਇਲਾਜ ਕਰਾ ਕੇ ਚੰਗਾ ਹੋ ਜਾਊਂਗਾ। ਪਰਮੇਸ਼ਵਰ ਦੀ ਮਰਜ਼ੀ ਦੇ ਬਿਨਾ ਤੁਹਾਡੇ ਤੇ ਮੇਰੇ ਜੀਵਨ ਵਿੱਚ ਕੁਝ ਨਹੀਂ ਹੋ ਸਕਦਾ। ਤੇ ਮੈਂ ਤੁਹਾਨੂੰ ਉਹ ਸਾਂਝਾ ਕਰਨਾ ਪਰਮੇਸ਼ਵਰ ਦੇ ਵਚਨ ਵਿੱਚੋਂ ਕਿ ਜਿਹੜਾ ਵਰਸ ਉਹਨੇ ਪਰਮੇਸ਼ਵਰ ਦੇ ਵਚਨ ਵਿੱਚੋਂ ਆਪਣੇ ਜੀਵਨ ਵਿੱਚ ਲਿਆ, ਉਹ ਬੁੱਕ ਆਫ ਜੋਇਲ ਨਬੀ ਦੀ ਪੁਸਤਕ, ਉਹਦਾ 2:25 ਤੇ 26 ਹੈਗਾ। ਅਤੇ ਕੀ ਪਰਮੇਸ਼ਵਰ ਕਹਿ ਰਿਹਾ ਹੈ, ਸੋ ਆਈ ਵਿਲ ਰਿਸਟੋਰ ਟੂ ਯੂ the years that the swarming locust has eaten,
the crawling locust, the consuming locust, and the chewing locust, my great army which I send among you. हिंदी की कहता है, और जिन वर्षों की उपज आबे नामक टिड्डियों ने और ये लेक और हासिल ने और गाजर नामक टिड्डियों ने अर्थात मेरे बड़े दल ने जिसको मैंने तेरे बीच भेजा था खा ली थी, मैं उसकी हानि तुमको भर दूंगा। हुण ते परमेश्वर ने इहो नहीं कहा कि ਜਿਹੜੀ ਤੁਹਾਡੀ ਜਿਹੜਾ ਤੁਹਾਡਾ ਸ਼ਾਂਤੀ ਸੀਗੀ ਜਾਂ ਤੁਹਾਡਾ ਜਿਹੜਾ ਸਮਾਨ ਸੀਗਾ ਉਹ ਟਿੱਡੀਆਂ ਖਾ ਗਈਆਂ, ਨਹੀਂ, ਉਹਨਾਂ ਨੇ 4 ਤਰ੍ਹਾਂ ਦੀ ਟਿੱਡੀਆਂ ਦਸੀਆਂ ਨੇ। ਮਤਲਬ ਸਾਡੀ ਜਿਹੜੀ ਤਕਲੀਫਾਂ ਨੇ ਦੇ ਕਮ ਇਨ ਮਲਟੀਪਲ ਡਿਫਰੈਂਟ ਟਾਈਪਸ, ਪਰ ਪਰਮੇਸ਼ਵਰ ਕੀ ਕਹਿੰਦਾ ਹੈ, ਉਹ ਜਿਹੜਾ ਸਾਰਾ ਤੇਰਾ ਜੋ ਤੂੰ ਤਕਲੀਫ ਸਹੀ ਹੈ ਉਹਦਾ ਤੁਹਾਨੂੰ ਮੈਂ ਡਬਲ ਮੈਂ ਤੁਹਾਨੂੰ ਆਰਾਮ ਦਵਾਂਗਾ। 26 ਕੀ ਕਹਿੰਦਾ, you shall eat in plenty and be satisfied. Why? And praise the name of the Lord your God, who has dealt wondrously with you, and my people shall never be put to shame. हिंदी की कहता हो, तुम पेट भरकर खाओगे और तृप्त होगे और अपने परमेश्वर यहोवा के नाम की स्तुति करोगे। So why God is giving you a tummy full? So that we can praise God. Why when we fall in trouble, what we should do? We should praise God. आगे की कहता है, जिसने तुम्हारे लिए आश्चर्य के कार्य किए हैं और मेरी प्रजा की आशा फिर कभी ना टूटेगी। परमेश्वर ਦਾ ਵਾਅਦਾ ਹੈਗਾ ਕਿ ਤੁਹਾਨੂੰ ਉਹ ਸਾਰੀ ਤਕਲੀਫਾਂ ਤੋਂ ਨਿਜਾਤ ਦਿਲਾਏਗਾ, ਪਰ ਨਿਜਾਤ ਕਿਉਂ ਦਿਲਵਾਏਗਾ? ਕਿਉਂਕਿ ਤੁਸੀਂ ਉਹਨਾਂ ਦੀ ਜੈ ਜੈਕਾਰ ਕਰੋ। ਤੇ ਪਰਮੇਸ਼ਵਰ ਅੱਗੇ ਕੀ ਕਹਿੰਦਾ, ਮੈਂ ਤੁਹਾਡੇ ਵਾਸਤੇ ਅਜਾਇਬ ਕੰਮ ਕਰਾਂਗਾ। ਜਿਹੜਾ ਵੀ ਪਰਮੇਸ਼ਵਰ ਨੇ ਤੁਹਾਡੇ ਤੇ ਮੇਰੇ ਵਾਸਤੇ ਟੈਸਟ ਰੱਖਿਆ, ਜਿਹੜੀ ਵੀ ਪਰਮੇਸ਼ਰ ਤੁਹਾਡੇ ਮੇਰੇ ਵਾਸਤੇ ਪ੍ਰੀਖਿਆ ਰੱਖੀ ਹੈ, ਜਿਹੜੇ ਵੀ ਪਰਮੇਸ਼ਰ ਨੇ ਤੁਹਾਡੇ ਤੇ ਮੇਰੇ ਵਾਸਤੇ ਹਾਲਾਤ ਰੱਖੇ ਨੇ, ਇਹ ਸਾਡੀ ਮਰਜ਼ੀ ਹੈਗੀ ਹੈ ਕਿ ਉਹਨਾਂ ਹਾਲਾਤਾਂ ਨੂੰ ਅਸੀਂ ਪਰਮੇਸ਼ਵਰ ਦੀ ਮਰਜ਼ੀ ਸਮਝ ਕੇ ਖੁਸ਼ੀ ਨਾਲ ਨਿਬੇੜ ਲਈਏ, ਜਾਂ ਅਸੀਂ ਰੋਣਾ ਧੋਣਾ ਸ਼ੁਰੂ ਕਰ ਦਈਏ, ਇੱਧਰ ਉੱਧਰ ਭੱਜਣਾ ਸ਼ੁਰੂ ਕਰ ਦਈਏ। ਪਰ ਜਿੰਨੀ ਜਲਦੀ ਅਸੀਂ ਪਰਮੇਸ਼ਵਰ ਦੀ ਮਰਜ਼ੀ ਦੇ ਵਿੱਚ ਆਪਣੀ ਮਰਜ਼ੀ ਨੂੰ ਸ਼ਾਮਿਲ ਕਰਾਂਗੇ, उन्नी जल्दी की है कि असी अपनी मुश्किलों तो छुटकारा पावांगे। आखिर का वर्ष मैं दसना, रोमन्स दी बुक ऑफ रोमन्स की 10:11, फॉर द स्क्रिप्चर सेज whoever believes on him will not be put to shame। क्योंकि पवित्र शास्त्र ये कहता है कि जो भी कोई उस पर विश्वास करेगा वो लज्जित ना होगा। ਤੇ ਪਰਮੇਸ਼ਵਰ ਦਾ ਵਾਅਦਾ ਹੈਗਾ ਤੁਹਾਡੇ ਤੇ ਮੇਰੇ ਨਾਲ ਕਿ ਜੇ ਅਸੀਂ ਪਰਮੇਸ਼ਵਰ ਤੇ ਆਪਣੇ ਹਰ ਹਾਲਾਤ ਵਿੱਚ ਪਰਮੇਸ਼ਵਰ ਦੇ ਵਾਅਦਾ ਰੱਖਾਂਗੇ, ਪਰਮੇਸ਼ਵਰ ਦੇ ਨਾਲ ਜੁੜੇ ਰਵਾਂਗੇ, ਬਨੇ ਰਵਾਂਗੇ, ਉਹਨਾਂ ਦੇ ਵਚਨ ਤੇ ਵਿਸ਼ਵਾਸ ਕਰਦੇ ਰਵਾਂਗੇ, ਤੇ ਪਰਮੇਸ਼ਵਰ ਦਾ ਵਾਅਦਾ ਹੈਗਾ ਕਿ ਉਹ ਸਾਨੂੰ ਹਰ ਹਾਲਾਤ ਤੋਂ ਜਿੱਤ ਦਿਲਵਾਉਣਗੇ। ਆਮੇਨ। ਸੋ ਅੱਜ ਦਾ ਵਚਨ ਸਾਡੇ ਸਾਰਿਆਂ ਵਾਸਤੇ ਇੱਕ ਬੜੀ ਵੱਡੀ ਸਿੱਖਿਆ ਦਾ ਵਚਨ ਹੈਗਾ। ਜਿਵੇਂ ਇਹ ਸੰਸਾਰ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਰੰਗ ਹੈਗੇ ਨੇ, ਅਲੱਗ-ਅਲੱਗ ਤਰ੍ਹਾਂ ਦੀ ਭਾਸ਼ਾਵਾਂ ਹੈਗੀਆਂ ਨੇ, ਅਲੱਗ-ਅਲੱਗ ਤਰ੍ਹਾਂ ਦੇ ਲੋਕ ਨੇ, ਦੇਸ਼ ਨੇ, ਬਹੁਤ ਸਾਰੀ ਵੈਰਾਈਟੀ ਹੈਗੀ ਹੈ। ਉਸ ਤਰ੍ਹਾਂ ਪਰਮੇਸ਼ਵਰ ਦੇ ਕੰਮ ਵੀ ਕੀ ਹੈਗੇ ਨੇ, ਅਜਾਇਬ ਨੇ। ਉਹਨਾਂ ਨੇ ਹੋ ਸਕਦਾ ਤੁਹਾਨੂੰ ਅਲੱਗ ਤਰੀਕੇ ਨਾਲ ਆਸ਼ੀਸ਼ ਦਿੱਤੀ ਹੋਵੇ, ਮੈਨੂੰ ਅਲੱਗ ਤਰੀਕੇ ਨਾਲ ਆਸ਼ੀਸ਼ ਦਿੱਤੀ ਹੈ
ਕਿਸੇ ਹੋਰ ਭੈਣ ਭਰਾ ਨੂੰ ਕਿਸੇ ਹੋਰ ਤਰੀਕੇ ਨਾਲ ਪਰਮੇਸ਼ਵਰ ਨੇ ਬਲੈਸ ਕੀਤਾ ਹੈ, ਪਰ ਫਾਈਨਲ ਰਿਜ਼ਲਟ ਕੀ ਹੈਗਾ ਕਿ ਪਰਮੇਸ਼ਵਰ ਦੀ ਦਇਆ ਤੇ ਪਰਮੇਸ਼ਵਰ ਦਾ ਅਨੁਗ੍ਰਹਿ ਹਮੇਸ਼ਾ ਪਰਮੇਸ਼ਵਰ ਦੇ ਬੱਚਿਆਂ ਦੇ ਨਾਲ ਉਹਨਾਂ ਦੀ ਸਾਰੀ ਜ਼ਿੰਦਗੀ ਰਹਿੰਦਾ ਹੈ। ਆਓ ਆਪਣੇ ਅੱਖਾਂ ਨੂੰ ਬੰਦ ਕਰਾਂਗੇ, ਸਿਰਾਂ ਨੂੰ ਝੁਕਾਵਾਂਗੇ ਪਰਮੇਸ਼ਵਰ ਦੇ ਇਸ ਵਚਨ ਵਾਸਤੇ ਕਿ ਪਰਮੇਸ਼ਵਰ ਕਹਿੰਦਾ ਹੈ ਕਿ ਜੋ ਜੋ ਤੇਰੀ ਜ਼ਿੰਦਗੀ ਵਿੱਚ ਜਿਵੇਂ ਫਸਲ ਨੂੰ ਟਿੱਡੀਆਂ ਖਾ ਜਾਂਦੀਆਂ ਨੇ, ਟਿੱਡੀਆਂ ਕਈ ਤਰ੍ਹਾਂ ਦੀ ਹੈਗੀਆਂ ਨੇ, ਉਸ ਤਰ੍ਹਾਂ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਹਾਲਾਤ ਨੇ, ਅਲੱਗ-ਅਲੱਗ ਤਰ੍ਹਾਂ ਦੀ ਸਮੱਸਿਆਵਾਂ ਹੈਗੀਆਂ ਨੇ, ਪਰ ਉਹ ਸਾਰੀ ਹਾਲਾਤਾਂ ਦਾ, ਸਾਰੀ ਸਮੱਸਿਆਵਾਂ ਦਾ ਇਲਾਜ ਪਰਮੇਸ਼ਵਰ ਕੋਲ ਹੈਗਾ। ਅਸੀਂ ਉਸ ਪਰਮੇਸ਼ਵਰ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ, ਜਿਨ੍ਹਾਂ ਦੀ ਆਵਾਜ਼ ਅਸੀਂ ਆਪਣੇ ਇਨਸਾਨੀ ਕੰਨਾਂ ਤੋਂ ਨਹੀਂ ਸੁਣ ਸਕਦੇ, ਪਰ ਆਪਣੇ ਦਿਲ ਦੇ ਕੰਨਾਂ ਨਾਲ ਉਹਨਾਂ ਦੀ ਆਵਾਜ਼ ਸੁਣ ਸਕਦੇ ਹਾਂ, ਜਿਨ੍ਹਾਂ ਦੀ ਪ੍ਰੈਜ਼ੈਂਸ ਅਸੀਂ ਆਪਣੀ ਜ਼ਿੰਦਗੀ ਵਿੱਚ ਮਹਿਸੂਸ ਕਰ ਸਕਦੇ ਹਾਂ, ਜਿਨ੍ਹਾਂ ਬਾਰੇ ਅਸੀਂ ਉੱਪਰ ਨਿਗਾਹ ਉਠਾ ਕੇ ਦੇਖ ਕੇ ਕਹਿ ਸਕਦੇ ਹਾਂ ਪਰਮੇਸ਼ਵਰ ਜੋ ਮੇਰੇ ਜੀਵਨ ਵਿੱਚ ਹੋਇਆ ਇਹ ਸਿਰਫ ਤੁਸੀਂ ਹੀ ਕਰ ਸਕਦੇ ਹੋ, ਹੋਰ ਕੋਈ ਨਹੀਂ ਕਰ ਸਕਦਾ। ਮੈਨੂੰ ਨਹੀਂ ਪਤਾ ਅੱਜ ਤੁਹਾਡੇ ਕੀ ਹਾਲਾਤ ਨੇ, ਪਰ ਪਰਮੇਸ਼ਵਰ ਜਾਣਦੇ ਨੇ। ਉਹ ਇਹ ਵੀ ਜਾਣਦੇ ਨੇ ਕਿ ਤੁਹਾਡੇ ਹਾਲਾਤ ਕਿੰਨੇ ਪੁਰਾਣੇ ਨੇ, ਕਿਸ ਤਰ੍ਹਾਂ ਦੇ ਨੇ, ਤੁਹਾਡੇ ਮਨ ਦੀ ਸੋਚ ਕਿਸ ਤਰ੍ਹਾਂ ਦੀ ਹੈਗੀ ਹੈ। ਪਰ ਜੇ ਅਸੀਂ ਪਰਮੇਸ਼ਵਰ ਬਣੇ ਰਹਾਂਗੇ ਤੇ ਪਰਮੇਸ਼ਵਰ ਦੇ ਅਜਾਇਬ ਕੰਮ ਦੇਖਾਂਗੇ। ਤੇ ਪਰਮੇਸ਼ਵਰ ਦਾ ਵਚਨ ਕੀ ਕਹਿੰਦਾ ਹੈ कि जो योजनाएं मैंने तेरे लिए भला बनाई है वे भलाई की है, अंत में तेरी आशा पूरी करूंगा। So Father, we believe every single word which you have given to us, Father. Whatever we are going through, we bring our situations, we bring our prayers, we bring our petitions to you, Father. And we believe and we know and we have experienced that you are more than able to take care of every situation, every problem, Father. So, Father, we give glory to your name, Father. Thank you, Father, for bringing us out of darkness and in your presence. In your presence there is always brightness and light, Father. In your presence, Father, there is always goodness, mercy, kindness, all the wonderful things, Father. So, Father, we give glory to your name. Thank you, Father, for sending Lord Jesus Christ on this earth to show us a way to live, the way he trusted you in every situation, Father. Help us so we also trust you in every situation, and we give glory to your name. In the name of Jesus we pray and receive. Amen. God bless you.